ਉਹ ਆਪਣੀ ਅਘੜ ਮਨ ਨੂੰ ਬਾਣੀ ਰਾਹੀਂ ਘੜਦਾ ਹੈ। ਗੁਰੂ ਦੇ ਉਪਦੇਸ਼ ਰਾਹੀਂ ਆਪਣੀ ਬੋਲ ਬਾਣੀ ਨੂੰ ਘੜਦਾ ਹੈ, ਆਪਣੇ ਅਘੜ ਮਨ ਨੂੰ ਘੜਦਾ ਹੈ। ਮਨ ਘੜਿਆ ਹੋਇਆ ਨਹੀਂ ਹੈ ਨਾ, ਮਨ ਦੇ ਅੰਦਰ ਅਨੇਕਾਂ ਵਿਕਾਰ ਨੇ, ਅਨੇਕਾਂ ਕਿਸਮ ਦੇ ਫੁਰਨੇ ਫੁਰਦੇ ਨੇ ਮਾੜੇ। ਜਿਵੇਂ ਆਪਾਂ ਰੋਜ਼ ਬੇਨਤੀ ਕਰਦੇ ਹਾਂ ਕਿ ਕਰੀਬ 60 ਕੁ ਹਜ਼ਾਰ ਵਿਚਾਰ ਸਾਡੇ ਮਨ ਵਿੱਚ ਰੋਜ਼ ਆਉਂਦੇ ਨੇ, ਜੋ ਸਾਨੂੰ ਸਾਈਕੋਲੋਜਿਸਟ ਵੀ ਦੱਸਦੇ ਨੇ। ਉਹਨਾਂ ਮੁਤਾਬਕ ਜੋ ਤੰਦਰੁਸਤ ਵਿਅਕਤੀ ਹੈ, ਲਗਭਗ 60 ਕੁ ਹਜ਼ਾਰ ਵਿਚਾਰ ਮਨ ਵਿੱਚ ਆ ਰਹੇ ਨੇ, ਥੋੜੇ ਵੱਧ ਘੱਟ ਹੋ ਸਕਦੇ ਨੇ, ਯਾਨੀ ਅਨੇਕਾਂ ਵਿਚਾਰ ਹਰ ਰੋਜ਼ ਹਰ ਪਲ ਆ ਰਹੇ ਨੇ। ਜੇ ਤਾਂ ਮਨ ਘੜਿਆ ਹੋਇਆ ਹੈ ਤਾਂ ਮਨ ਦੇ ਅੰਦਰ ਵਿਚਾਰ ਵੀ ਘੜੇ ਹੋਏ ਹੋਣਗੇ, ਚੰਗੇ, ਸੱਚੇ, ਦਇਆ ਵਾਲੇ, ਪਿਆਰ ਵਾਲੇ, ਨਿਰਭੈਤਾ ਵਾਲੇ, ਨਿਰਵੈਰਤਾ ਵਾਲੇ। ਇਹ ਵਿਚਾਰ ਆਣਗੇ ਘੜੇ ਹੋਏ ਮਨ ਵਿੱਚ। ਤੇ ਜੇ ਮਨ ਘੜਿਆ ਹੋਇਆ ਨਹੀਂ ਹੈ, ਮਨ ਬੇਸੁਰਾ ਹੈ, ਤਾਂ ਬੇਸੁਰੇ ਮਨ ਦੇ ਅੰਦਰ ਫਿਰ ਕ੍ਰੋਧ, ਲੋਭ, ਈਰਖਾ, ਦਵੈਸ਼ ਜਾਂ ਮੰਤਰ ਜੰਤਰ ਜਾਂ ਜਾਦੂ ਟੂਣੇ ਜਾਂ ਸਮਾਧੀਆਂ ਜਾਂ ਦੂਜੇ ਦੇ ਵਿਚਾਰ ਜਿਹੜੇ ਨੇ ਉਹ ਆਉਂਦੇ ਜਾਣਗੇ, ਈਰਖਾ ਦਵੈਸ਼ ਵਾਲੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਪੈਣ ਵਾਲਾ ਬੰਦਾ ਜਿਹੜਾ ਹੈ, ਉਹ ਦੁਨੀਆ ਦੇ ਅੰਦਰ ਰਹਿੰਦਾ ਆਪਣੇ ਅਮੋੜ ਮਨ ਨੂੰ ਚੰਗੀ ਤਰ੍ਹਾਂ ਘੜਦਾ ਹੈ, ਅਮੋੜ ਮਨ ਨੂੰ ਸੱਚ ਦੇ ਨਾਲ ਜੋੜਦਾ ਹੈ ਤੇ ਨਾਲ ਆਪਣੀ ਬੋਲ ਬਾਣੀ ਨੂੰ ਸੁਧਾਰਦਾ ਹੈ। ਕਿਉਂਕਿ ਜੇ ਮਨ ਘੜਿਆ ਹੋਏਗਾ ਨਾ, ਮਨ ਦੇ ਅੰਦਰ ਪਿਆਰ ਮੁਹੱਬਤ ਹੋਏਗਾ, ਤਾਂ ਉਹਦਾ ਪਤਾ ਸਾਡੀ ਬੋਲ ਬਾਣੀ ਤੋਂ ਲੱਗਣਾ ਹੈ। ਆਮ ਬੰਦੇ ਨੇ ਨਾ, ਉਹਨਾਂ ਦੀ ਬੋਲ ਬਾਣੀ ਚੰਗੀ ਨਹੀਂ ਹੈ, ਬੋਲ ਬਾਣੀ ਤੋਂ ਹੀ ਬਹੁਤ ਸਾਰੇ ਲੋਕ ਫੇਲ ਨੇ, ਬੋਲ ਬਾਣੀ ਕਰਕੇ ਹੀ ਸਾਡੇ ਆਪਸੀ ਸੰਬੰਧ ਬਣਨੇ ਨੇ, ਬੋਲ ਬਾਣੀ ਹੀ ਸਾਡੇ ਸੰਬੰਧਾਂ ਨੂੰ ਤੋੜ ਦਿੰਦੀ ਹੈ। ਤਾਂ ਅਸੀਂ ਕਿਵੇਂ ਬੋਲਣਾ ਹੈ, ਕੀ ਬੋਲਣਾ ਹੈ, ਕਦੋਂ ਬੋਲਣਾ ਹੈ, ਇਹ ਸਮਝ ਹੋਣੀ ਚਾਹੀਦੀ ਹੈ ਬੰਦੇ ਨੂੰ। ਵੈਸੇ ਬੰਦਾ 2-2.5 ਸਾਲ ਦੀ ਉਮਰ ਵਿੱਚ ਬੋਲਣਾ ਸਿੱਖ ਜਾਂਦਾ ਹੈ, ਪਰ ਕਦੋਂ ਕੀ ਬੋਲਣਾ ਹੈ ਇਹ ਸਿੱਖਣ ਲੱਗਿਆ ਸਾਰੀ ਉਮਰ ਹੀ ਲੰਘ ਜਾਂਦੀ ਹੈ। ਬੰਦਾ ਜੋ ਮਰਜ਼ੀ ਬੋਲੀ ਜਾਂਦਾ ਹੈ। ਤਾਂ ਜੋ ਗੁਰਮੁਖ ਹੈ ਨਾ, ਉਹਦੀ ਬੋਲ ਬਾਣੀ ਵੀ ਘੜੀ ਹੋਏਗੀ, ਉਹਦੇ ਬੋਲ ਸਦੇ ਹੋਏ ਹੋਣਗੇ, ਕਿਉਂਕਿ ਉਹਦਾ ਮਨ ਸਦਿਆ ਹੋਇਆ ਹੈ। ਇਸ ਲਈ ਉਹਨੂੰ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਉਹਨੂੰ ਗ੍ਰਸਤ ਤਿਆਗਣ ਦੀ ਜ਼ਰੂਰਤ ਨਹੀਂ, ਉਹਨੂੰ ਵਿਖਾਵੇ ਦੀਆਂ ਸਮਾਧੀਆਂ ਲਾਉਣ ਦੀ, ਭੋਰਿਆਂ ਵਿੱਚ ਵੜਨ ਦੀ, ਪਹਾੜਾਂ ਤੇ ਚੜਨ ਦੀ ਲੋੜ ਨਹੀਂ। ਸੰਸਾਰ ਦੇ ਅੰਦਰ ਰਹਿੰਦਿਆਂ, ਘਰ ਗ੍ਰਸਤੀ ਵਿੱਚ ਰਹਿੰਦਿਆਂ ਅਮੋੜ ਮਨ ਨੂੰ ਸੱਚ ਦੇ ਨਾਲ ਜੋੜਨਾ ਔਰ ਆਪਣੀ ਬੋਲ ਬਾਣੀ ਨੂੰ ਘੜਨ ਦੀ ਲੋੜ ਹੈ। ਗੁਰਮੁਖ ਨਿਰਮਲ ਹਰ ਗੁਣ ਗਾਵੇ, ਜੋ ਗੁਰੂ ਨੂੰ ਸਮਰਪਿਤ ਹੈ ਉਹ ਨਿਰਮਲ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਗੁਣ ਗਾਉਂਦਾ ਹੈ। ਨਿਰਮਲ ਮੈਲ ਤੋਂ ਰਹਿਤ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ। ਇਹ ਗੁਰਮੁਖ ਦੀ ਨਿਸ਼ਾਨੀ ਹੈ। ਉਹਨੂੰ ਸੰਸਾਰ ਤਿਆਗਣ ਦੀ ਲੋੜ ਨਹੀਂ। ਕਿਆ ਭਵੀਏ ਸੱਚ ਸੂਚਾ ਹੋਏ, ਸਿੱਧ ਗੋਸ਼ਟ ਦੀ ਪਾਵਨ ਬਾਣੀ ਦਾ ਕੇਂਦਰੀ ਭਾਵ ਹੈ ਨਾ ਰਹਾਉ ਵਿੱਚ, ਕਿਆ ਭਵੀਏ ਸੱਚ ਸੂਚਾ ਹੋਏ, ਕਿ ਜੰਗਲਾਂ ਵਿੱਚ ਫਿਰਨ ਦਾ ਕੋਈ ਲਾਭ ਨਹੀਂ, ਤੀਰਥਾਂ ਤੇ ਪਾਉਣ ਦਾ ਕੋਈ ਲਾਭ ਨਹੀਂ। ਜਿਹੜਾ ਸੱਚ ਦੇ ਨਾਲ ਜੁੜ ਜਾਂਦਾ ਹੈ ਉਹ ਬੰਦਾ ਸੁੱਚਾ ਹੋ ਜਾਂਦਾ ਹੈ, ਉਹਦਾ ਜੀਵਨ, ਆਚਰਨ, ਆਦਰਸ਼, ਬੋਲ, ਵਿਹਾਰ ਉੱਚਾ ਹੋ ਜਾਂਦਾ ਹੈ। ਤਾਂ ਗੁਰੂ ਜੋ ਅਨੁਸਾਰੀ ਹੈ, ਗੁਰੂ ਅਨੁਸਾਰੀ ਹੈ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਉਹ ਨਿਰਮਲ ਪ੍ਰਭੂ ਦੇ ਗੁਣ ਗਾਉਂਦਾ ਹੈ। ਯਾਨੀ ਉਹਦੇ ਜੀਵਨ ਦੀ ਇਹ ਨਿਸ਼ਾਨੀ ਹੈ ਕਿ ਉਹਦੀ ਜ਼ਿੰਦਗੀ ਵਿੱਚ ਕੇਵਲ ਗੁਣਾਂ ਦੀ ਗੱਲ ਹੋਏਗੀ, ਔਗੁਣਾਂ ਦੀ ਨਹੀਂ। ਉਹ ਕ੍ਰੋਧ ਦੀ ਗੱਲ ਨਹੀਂ ਕਰੇਗਾ, ਉਹ ਲੋਭ ਦੀ ਗੱਲ ਨਹੀਂ ਕਰੇਗਾ, ਉਹ ਸੰਤੋਖ ਦੀ ਕਰੇਗਾ, ਸੱਚ ਦੀ ਕਰੇਗਾ, ਪਿਆਰ ਦੀ ਗੱਲ ਕਰੇਗਾ ਔਰ ਗੁਣਾਂ ਵਾਲਾ ਹੀ ਉਹਦਾ ਵਿਹਾਰ ਹੋਏਗਾ। ਦੇਖੋ ਕਿੰਨਾ ਸੌਖਾ ਰਾਸਤਾ ਹੈ। ਇੱਥੇ ਕੋਈ ਦਸਮ ਦੁਆਰ ਵਿੱਚ ਸਵਾਸ ਚੜਾਉਣ ਦੀ ਲੋੜ ਨਹੀਂ ਹੈ, ਜੰਗਲ ਵਿੱਚ ਜਾਣ ਦੀ ਲੋੜ ਨਹੀਂ, ਵੱਖਰੀ ਕੋਈ ਸਮਾਧੀ ਲਾਉਣ ਦੀ ਲੋੜ ਨਹੀਂ। ਸਿਰਫ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ, ਗੁਣਾਂ ਵਾਲੀ ਗੱਲ ਕਰਨ ਦੀ ਲੋੜ ਹੈ, ਗੁਣਾਂ ਬਾਰੇ ਸੋਚਣ ਦੀ ਲੋੜ ਹੈ, ਪੋਜ਼ਿਟਿਵ ਸੋਚਣ ਦੀ ਲੋੜ ਹੈ, ਸਕਾਰਾਤਮਕ ਸੋਚਣ ਦੀ ਲੋੜ ਹੈ। ਤਾਂ ਗੁਰੂ ਅਨੁਸਾਰੀ ਜੋ ਇਨਸਾਨ ਹੈ ਉਹ ਗ੍ਰਸਤ ਸੰਸਾਰ ਛੱਡ ਕੇ ਜੰਗਲਾਂ ਵਿੱਚ ਨਹੀਂ ਦੌੜਦਾ, ਤੀਰਥਾਂ ਆਦਿਕ ਤੇ ਨਹੀਂ ਭਟਕਦਾ, ਸਗੋਂ ਉਹ ਨਿਰਮਲ ਹਰੀ ਦੇ ਗੁਣ ਗਾਉਂਦਾ ਹੈ, ਸਿਫਤ ਸਲਾਹ ਕਰਦਾ ਹੈ। ਗੁਰਮੁਖ ਪਵਿੱਤਰ ਪਰਮ ਪਦ ਭਾਵੈ, ਇਹਨੂੰ ਪਵਿੱਤਰ ਨਹੀਂ ਪੜਨਾ, ਪਵਿੱਤਰ ਬੋਲਿਆ ਰਾਰਾ ਪੂਰਾ ਬੋਲੇਗਾ, ਅੱਧਾ ਰਾਰਾ ਬੋਲਣਾ ਹੈ। ਪਵਿੱਤਰ, ਪਵਿੱਤਰ, ਗੁਰਮੁਖ ਪਵਿੱਤਰ ਪਰਮ ਪਦ ਭਾਵੈ।
परम पद का मतलब सब तो उच्चा दर्जा। हुण जो गुरमुख जिंदगी जी रहा है, जो आपां पिछे विचार कीती है, गुरमुख का जो जीवन है, गुरमुख की सोच है, गुरमुख का विहार है, गुरु अनुसारी पुरुष की जो बोल बाणी है, ਇਹਦੇ ਬਦਲੇ ਵਿੱਚ ਉਹਨੂੰ ਮਿਲਦਾ ਕੀ ਹੈ, ਇਹਦਾ ਰਿਜ਼ਲਟ ਕੀ ਨਿਕਲਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਬੰਦਾ ਸਭ ਤੋਂ ਉੱਚਾ ਪਵਿੱਤਰ ਪਦਵੀ ਪਾ ਲੈਂਦਾ ਹੈ, ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। ਸਭ ਤੋਂ ਉੱਚੀ ਆਤਮਕ ਅਵਸਥਾ, ਪਵਿੱਤਰ ਪਦਵੀ, ਜੋ ਸਭ ਤੋਂ ਉੱਚੀ ਪਦਵੀ ਹੈ, ਉਹ ਪਦਵੀ ਗੁਰੂ ਦੱਸੇ ਰਾਹਾਂ ਤੇ ਤੁਰਨ ਵਾਲਾ ਬੰਦਾ ਪਾ ਲੈਂਦਾ ਹੈ। ਤੇ ਉਹ ਪਦਵੀ ਕਿਹੜੀ ਹੈ? ਸਚਿਆਰ ਹੋ ਜਾਣਾ। ਤੂੰ ਕਰਤਾ ਸਚਿਆਰ ਮਹਿੰਦਾ ਸਾਈਂ, ਰੱਬ ਸਚਿਆਰ ਹੈ ਨਾ, ਤਾਂ ਉਹ ਮਨੁੱਖ ਵੀ ਸਚਿਆਰ ਹੋ ਜਾਂਦਾ ਹੈ। ਕਿਵ ਸਚਿਆਰਾ ਹੋਈਏ, ਉਹ ਸਚਿਆਰ ਹੋ ਜਾਂਦਾ ਹੈ। ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਨੀ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਨੀ। ਉਹ ਰੱਬ ਦੇ ਅੰਦਰ ਮਿਲ ਕੇ ਰੱਬ ਵਰਗਾ ਹੀ ਹੋ ਜਾਂਦਾ ਹੈ। ਉਹਦੇ ਵਿੱਚ ਉਹ ਰੱਬ ਦੇ ਅੰਦਰ ਕੋਈ ਫਰਕ ਨਹੀਂ ਰਹਿੰਦਾ। ਜਿਨ ਜਾਤਾ ਸੋ ਤਿਸ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਉਹ ਆਤਮਕ ਤੌਰ ਤੇ, ਅੰਦਰੂਨੀ ਤੌਰ ਤੇ ਗੁਣਾ ਵਾਲਾ ਹੋ ਜਾਂਦਾ ਹੈ। ਉਹਦਾ ਵਿਹਾਰ ਗੁਣਾ ਵਾਲਾ, ਉਹਦੀ ਸੋਚ ਗੁਣਾ ਵਾਲੀ, ਸਭ ਤੋਂ ਉੱਚੀ ਪਦਵੀ ਪਾ ਲੈਂਦਾ ਹੈ। ਹੁਣ ਦੇਖੋ, ਯੋਗੀ ਕਾਹਦੇ ਵਾਸਤੇ ਜੰਗਲਾਂ ਵਿੱਚ ਫਿਰ ਰਹੇ ਨੇ? ਧਿਆਨ ਸਮਾਧੀਆਂ ਕਿਉਂ ਲਾ ਰਹੇ ਨੇ? ਕਿ ਉਹਨਾਂ ਨੂੰ ਉੱਚੀ ਪਦਵੀ ਮਿਲੇ, ਉੱਚਾ ਦਰਜਾ ਮਿਲੇ। ਇਸੇ ਕਰਕੇ ਸਾਨੂੰ ਕਿਹਾ ਜਾਂਦਾ ਨਾ, ਦਸਮ ਦੁਆਰ ਵਿੱਚ ਪ੍ਰਾਨ ਚੜਾਓ, ਸਮਾਧੀਆਂ ਲਾਓ। ਤਾਂ ਗੁਰੂ ਜੀ ਕਿੰਨਾ ਸੌਖਾ ਸਾਧਨ ਦੱਸ ਰਹੇ ਨੇ। ਉੱਚੀ ਪਦਵੀ ਉੱਚੀ ਸੋਚ ਹੈ, ਤੇ ਉੱਚੀ ਸੋਚ ਵਾਸਤੇ ਸਮਾਧੀਆਂ ਲਾਉਣ ਦੀ ਲੋੜ ਥੋੜਾ ਹੈ। ਉੱਚੀ ਸੋਚ ਵਾਸਤੇ ਅੱਖਾਂ ਬੰਦ ਕਰਨ ਦੀ ਲੋੜ ਥੋੜਾ ਹੈ। ਉੱਚੀ ਸੋਚ ਵਾਸਤੇ ਕੋਈ ਘਰ ਦੇ ਕੰਮ ਛੱਡਣ ਦੀ ਲੋੜ ਥੋੜਾ ਹੈ। ਜ਼ਿੰਦਗੀ ਜੀਂਦਿਆਂ ਹੀ ਸੋਚ ਨੂੰ ਬਦਲਣਾ ਹੈ, ਸੱਚ ਦੇ ਨਾਲ ਜੁੜਨਾ ਹੈ, ਦਇਆ ਨਾਲ ਜੁੜਨਾ ਹੈ, ਪ੍ਰੇਮ ਨਾਲ ਜੁੜਨਾ ਹੈ, ਬੋਲ ਬਾਣੀ ਨੂੰ ਸੱਚਿਆਂ ਕਰਨਾ ਹੈ, ਮਨ ਬਚਨ ਕਰਮ ਕਰਕੇ ਸੱਚੇ ਹੋਣਾ ਹੈ। ਗ੍ਰਸਤ ਨੂੰ ਤਿਆਗਣ ਦੀ ਲੋੜ ਨਹੀਂ, ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਭੋਰਿਆਂ ਵਿੱਚ ਵੜਨ ਦੀ ਲੋੜ ਨਹੀਂ, ਪਹਾੜਾਂ ਤੇ ਚੜ੍ਹਨ ਦੀ ਲੋੜ ਨਹੀਂ। ਗੁਰਮੁਖ ਪਵਿੱਤਰ ਪਦਮ ਪਦ ਪਾਵੇ ਕਿ ਇਹ ਜੋਗੀ ਜਨੋ, ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ, ਉਹ ਮਹਾਨ ਉੱਚੀ ਪਦਵੀ ਪਾ ਲੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੇ। ਇੱਥੇ ਰੋਮ ਰੋਮ ਦਾ ਮਤਲਬ ਹੈ ਤਨੋ ਮਨੋ। ਕਈ ਲੋਕ ਇਸ ਪੰਕਤੀ ਨੂੰ ਲੈ ਕੇ ਇਹ ਕਹਿੰਦੇ ਨੇ ਜੀ ਫਲਾਂ ਬਾਬਾ ਸੀ ਤੇ ਉਹਦੇ ਜਦੋਂ ਕੰਨ ਦੇ ਨਾਲ ਕੰਨ ਲਾਇਆ ਤੇ ਹਰ ਇੱਕ ਵਾਲ ਦੇ ਵਿੱਚੋਂ ਆਵਾਜ਼ ਆ ਰਹੀ ਸੀ। ਇੱਥੇ ਰੋਮ ਰੋਮ ਦਾ ਮਤਲਬ ਇਹ ਨਹੀਂ ਕਿ ਵਾਲ ਵੀ ਜਪਣ ਲੱਗ ਜਾਂਦੇ ਨੇ ਜਾਂ ਵਾਲਾਂ ਵਿੱਚੋਂ ਆਵਾਜ਼ ਆਉਂਦੀ ਹੈ। ਧਿਆਵੇ ਦਾ ਮਤਲਬ ਧਿਆਨ ਕਰਦਾ ਹੈ, ਯਾਦ ਕਰਦਾ ਹੈ। ਰੋਮ ਰੋਮ ਦਾ ਮਤਲਬ ਤਨ ਮਨ ਕਰਕੇ, ਮਨੋ ਤਨ, ਸਮਗਰਤਾ ਦੇ ਨਾਲ। ਆਮ ਬੰਦਾ ਹੈ, ਉਹਦੇ ਮਨ ਵਿੱਚ ਕੁਝ ਹੋਰ ਹੈ ਤੇ ਬਾਹਰ ਕੁਝ ਹੋਰ ਹੈ। ਲੇਕਿਨ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ ਨਾ, ਉਹਦੇ ਮਨ ਵਿੱਚ ਵੀ ਸੱਚ ਹੈ, ਉਹਦੇ ਵਿਹਾਰ ਵਿੱਚ ਵੀ ਸੱਚ ਹੈ। ਇਸੇ ਨੂੰ ਕਹਿੰਦੇ ਨੇ ਤਨੋ ਮਨੋ ਧਿਆਨਾ, ਰੋਮ ਰੋਮ ਧਿਆਨਾ, ਯਾਨੀ ਸਮਰਪਣ ਕਰ ਦੇਣਾ। ਗੁਰੂ ਦੇ ਅਨੁਸਾਰੀ ਜੋ ਇਨਸਾਨ ਹੈ, ਉਹ ਤਨੋ ਮਨੋ, ਮਨ ਤਨ ਕਰਕੇ ਪ੍ਰਭੂ ਦਾ ਧਿਆਨ ਧਰਦਾ ਹੈ, ਰੱਬੀ ਗੁਣਾਂ ਨੂੰ ਯਾਦ ਕਰਦਾ ਹੈ, ਰੱਬੀ ਯਾਦ ਦੇ ਵਿੱਚ ਰਹਿੰਦਾ ਹੈ, ਰੱਬੀ ਹੁਕਮ ਦੇ ਵਿੱਚ ਤੁਰਦਾ ਹੈ। ਤਨ ਮਨ ਦਾ ਮਤਲਬ ਮਨ ਦੇ ਅੰਦਰ ਵੀ ਵਿਚਾਰ ਗੁਰਮਤ ਵਾਲੇ ਨੇ, ਔਰ ਤਨ ਕਰਕੇ ਵੀ ਉਹ ਕਰਮ ਗੁਰਮਤ ਵਾਲੇ ਕਰ ਰਿਹਾ ਹੈ। ਜਿਵੇਂ ਮਨ ਦੇ ਅੰਦਰ ਵੀ ਹਰ ਧੀ ਭੈਣ ਵਾਸਤੇ ਧੀ ਭੈਣ ਵਾਲਾ ਵਿਚਾਰ ਹੈ, ਤੇ ਬਾਹਰੀ ਤੌਰ ਤੇ ਵੀ ਉਹਦਾ ਮਿਲਵਰਤਨ ਜਿਹੜਾ ਹੈ ਉਹ ਧੀ ਭੈਣ ਵਾਲਾ ਹੈ। ਮਨ ਦੇ ਅੰਦਰ ਵੀ ਸੱਚ ਹੈ, ਬਾਹਰੀ ਤੌਰ ਤੇ ਮਿਲਵਰਤਨ ਵੀ ਸੱਚ ਹੈ। ਇਹ ਨਹੀਂ ਕਿ ਅੰਦਰੋਂ ਹੋਰ ਬਾਹਰੋਂ ਹੋਰ। ਇਸ ਤਰ੍ਹਾਂ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਇਹ ਯੋਗੀ ਜਨੋ, ਉਹ ਤਨ ਔਰ ਮਨ ਕਰਕੇ ਗੁਣਾਂ ਦਾ ਧਾਰਨੀ ਹੈ। ਤਨ ਔਰ ਮਨ ਕਰਕੇ ਉਹ ਪ੍ਰਭੂ ਦੇ ਨਾਲ ਜੁੜਿਆ ਹੋਇਆ ਹੈ। ਉਹਨੂੰ ਜੰਗਲਾਂ ਵਿੱਚ ਭਟਕਣ ਦੀ ਜ਼ਰੂਰਤ ਨਹੀਂ ਹੈ। ਨਾਨਕ ਗੁਰਮੁਖ ਸਾਚ ਸਮਾਵੈ। ਗੁਰੂ ਜੀ ਕਹਿੰਦੇ ਨੇ, ਹੇ ਨਾਨਕ, ਜੋ ਗੁਰਮੁਖ ਹੈ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਸਾਚ ਸਮਾਵੈ। ਇੱਥੇ ਸਾਚ ਦੇ ਚੱਚੇ ਨਾਲ ਸਿਹਾਰੀ ਹੈ, ਸੱਚ ਵਿੱਚ। ਉਹ ਸੱਚ ਦੇ ਅੰਦਰ ਸਮਾ ਜਾਂਦਾ ਹੈ, ਉਹ ਸੱਚ ਦਾ ਹੀ ਰੂਪ ਹੋ ਜਾਂਦਾ ਹੈ, ਕਿਉਂਕਿ ਉਹਦੇ ਰੋਮ ਰੋਮ ਦੇ ਅੰਦਰ ਸੱਚ ਹੈ।
ਮਨ ਤਨ ਕਰਕੇ ਉਹ ਸੱਚ ਦੇ ਨਾਲ ਜੁੜਿਆ ਹੋਇਆ ਹੈ। ਪ੍ਰਭੂ ਦੇ ਅੰਦਰ ਸਮਾ ਕੇ ਪ੍ਰਭੂ ਦਾ ਹੀ ਰੂਪ ਹੈ। ਉਹ ਸੱਚ ਦੇ ਅੰਦਰ ਸਮਾ ਕੇ ਸੱਚ ਦਾ ਹੀ ਰੂਪ ਹੋ ਜਾਂਦਾ ਹੈ। ਤੇ ਸੱਚ ਦੇ ਨਾਲ ਜੁੜਨਾ ਹੀ, ਸਚਿਆਰ ਹੋਣਾ ਹੀ ਮਨੁੱਖ ਦੇ ਜੀਵਨ ਦਾ ਮਕਸਦ ਹੈ। ਸੱਚ ਹੀ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਸੋਲੂਸ਼ਨ ਹੈ। ਸੱਚ ਜਿਹੜਾ ਹੈ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਸੱਚ ਸਭਨਾ ਹੋਈ ਦਾਰੂ, ਪਾਪ ਕੱਢੇ ਤੋਏ, ਨਾਨਕ ਵਖਾਣੇ ਬੇਨਤੀ, ਜਿਨ ਸੱਚ ਪੱਲੇ ਹੋਏ। ਕਿਉਂਕਿ ਜਦੋਂ ਮਨੁੱਖੀ ਜ਼ਿੰਦਗੀ ਵਿੱਚ ਸੱਚ ਹੋਏਗਾ ਤਾਂ ਉਸ ਮਨੁੱਖ ਦੇ ਅੰਦਰ ਹੇਰਾ ਫੇਰੀ, 2 ਨੰਬਰ ਦੇ ਧੰਦੇ, ਚੋਰ ਬਜ਼ਾਰੀ, ਮੇਰ ਤੇਰ ਦੇ ਵਿਤਕਰੇ ਨਹੀਂ ਹੋਣਗੇ। ਤੇ ਜਦੋਂ ਇਹ ਵਿਤਕਰੇ, ਇਹ ਪਾਪ ਅਪਰਾਧ ਜਗਤ ਵਿੱਚ ਨਹੀਂ ਹੋਣਗੇ ਤਾਂ ਜ਼ਿੰਦਗੀ ਸੁਖੀ ਔਰ ਸ਼ਾਂਤ ਹੋ ਜਾਏਗੀ। ਤੇ ਇਹਨਾਂ ਪਾਪਾਂ, ਵਿਕਾਰਾਂ, ਅਪਰਾਧਾਂ ਨੂੰ ਦੁਨੀਆ ਦੇ ਅੰਦਰੋਂ ਖਤਮ ਕਰਨ ਲਈ ਮਨੁੱਖ ਨੂੰ ਸੱਚ ਦੇ ਧਾਰਨੀ ਹੋਣ ਦੀ ਲੋੜ ਹੈ, ਸਚਿਆਰ ਹੋਣ ਦੀ ਲੋੜ ਹੈ। ਜੇ ਇਹ ਮਨੁੱਖ ਸਚਿਆਰ ਹੋ ਜਾਏ ਤਾਂ ਇਹ ਸੰਸਾਰ ਸਵਰਗ ਹੋ ਜਾਏਗਾ, ਇਹ ਜੀਵਨ ਸਵਰਗ ਹੋ ਜਾਏਗਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਹ ਜੋਗੀ ਜਨੋ, ਜੋ ਗੁਰੂ ਅਨੁਸਾਰੀ ਮਨੁੱਖ ਹੈ ਉਹ ਜੰਗਲਾਂ ਵਿੱਚ ਨਹੀਂ ਭਟਕਦਾ, ਉਹ ਗ੍ਰਸਤ ਦਾ ਤਿਆਗ ਨਹੀਂ ਕਰਦਾ, ਉਹ ਇਹਨਾਂ ਧਿਆਨ ਸਾਧਨਾਵਾਂ ਦੇ ਵਿੱਚ ਨਹੀਂ ਲੱਗਦਾ, ਸਗੋਂ ਗੁਰੂ ਅਨੁਸਾਰੀ ਇਨਸਾਨ ਤਾਂ ਸੱਚ ਦੇ ਅੰਦਰ ਹੀ ਸਮਾ ਜਾਂਦਾ ਹੈ, ਸੱਚ ਦਾ ਹੀ ਰੂਪ ਹੋ ਜਾਂਦਾ ਹੈ। ਗੁਰਮੁਖ ਪਰਚੈ ਬੇਦ ਵਿਚਾਰੀ। ਪਰਚੇ ਦਾ ਮਤਲਬ ਹੁੰਦਾ ਹੈ ਡੂੰਗੀ ਸਾਂਝ ਪਾਣੀ, ਸਾਂਝ ਬਣਾਣੀ, ਮਿੱਤਰਤਾ ਕਾਇਮ ਕਰਨੀ। ਗੁਰਮੁਖ ਪਰਚੇ ਦਾ ਮਤਲਬ ਜੋ ਗੁਰੂ ਦੇ ਨਾਲ ਡੂੰਗੀ ਸਾਂਝ ਬਣਾ ਲੈਂਦਾ ਹੈ, ਭਾਵ ਜਿਸ ਦਾ ਸਤਿਗੁਰੂ ਦੇ ਉੱਤੇ ਪੂਰਨ ਵਿਸ਼ਵਾਸ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ। ਵੇਦ ਵਿਚਾਰੀ ਦਾ ਮਤਲਬ ਉਹ ਗਿਆਨ ਦਾ ਵਿਚਾਰਵਾਨ ਹੋ ਜਾਂਦਾ ਹੈ। ਇੱਥੇ ਵੇਦ ਦਾ ਮਤਲਬ ਹੈ ਗਿਆਨ। ਉਹ ਗਿਆਨ ਦਾ ਵਿਚਾਰਵਾਨ ਹੋ ਜਾਂਦਾ ਹੈ, ਗਿਆਨ ਦੀ ਵਿਚਾਰ ਕਰਦਾ ਹੈ, ਉਹ ਗਿਆਨ ਅਨੁਸਾਰ ਜ਼ਿੰਦਗੀ ਜਿੰਦਾ ਹੈ। ਕਿਉਂਕਿ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ ਗਿਆਨ ਦੀ ਵਰਤੋਂ ਕਰਨੀ। ਅਕਲੀ ਸਾਹਿਬ ਸੇਵ ਹੈ, ਅਕਲੀ ਕੀਚੈ ਦਾਨ, ਅਕਲੀ ਪੜ ਕੇ ਬੁਝੀਐ, ਅਕਲੀ ਪਾਈਐ ਮਾਨ, ਨਾਨਕ ਆਖੇ ਰਾਹ ਹੋਰ ਗੱਲਾਂ ਸ਼ੈਤਾਨ। ਗਿਆਨ ਦੀ ਸਹੀ ਵਰਤੋਂ ਕਰਨੀ ਹੈ। ਜੇ ਗਿਆਨ ਦੀ ਸਹੀ ਵਰਤੋਂ ਨਹੀਂ ਕਰਾਂਗੇ ਤਾਂ ਜ਼ਿੰਦਗੀ ਅਸ਼ਾਂਤ ਹੋ ਜਾਏਗੀ। ਦੇਖੋ, ਜੋ ਲੋਕ ਹੇਰਾ ਫੇਰੀਆਂ ਕਰਦੇ ਨੇ ਨਾ, ਵਰਤੋਂ ਉਹ ਵੀ ਗਿਆਨ ਦੀ ਕਰ ਰਹੇ ਨੇ। ਚੁਗਲੀ ਕਰਕੇ ਕਿਸੇ ਦੇ ਘਰ ਨੂੰ ਬਰਬਾਦ ਕਰ ਦੇਣਾ, ਤਬਾਹ ਕਰ ਦੇਣਾ। ਗਿਆਨ ਦੀ ਵਰਤੋਂ ਤੇ ਕੀਤੀ ਹੈ ਕਿ ਐਵੇਂ ਇਹਨਾਂ ਦੇ ਘਰ ਦੇ ਵਿੱਚ ਦੁਫੇੜ ਪੈ ਜਾਏਗਾ, ਲੇਕਿਨ ਗਿਆਨ ਦੀ ਗਲਤ ਵਰਤੋਂ ਹੈ ਨਾ, ਗਿਆਨ ਦੀ ਠੀਕ ਵਰਤੋਂ ਨਹੀਂ ਹੈ। ਜਿਵੇਂ ਅਸੀਂ ਰੋਜ਼ ਕਹਿੰਦੇ ਆ ਕਿ ਅੰਗੂਰਾਂ ਦੀ ਸ਼ਰਾਬ ਬਣਾਣੀ ਹੈ ਤੇ ਗਿਆਨ ਦੀ ਵਰਤੋਂ, ਪਰ ਗਿਆਨ ਦੀ ਵਰਤੋਂ ਗਲਤ ਹੈ ਨਾ। ਇੱਕ ਬੰਦਾ ਕਿਸੇ ਪਦਵੀ ਤੇ ਬੈਠਾ ਹੈ, ਉਹਦੇ ਕੋਲ ਗਿਆਨ ਹੈ, ਲੇਕਿਨ ਉੱਥੇ ਬਹਿ ਕੇ ਉਹ ਰਿਸ਼ਵਤ ਲੈ ਰਿਹਾ ਹੈ, ਤਾਂ ਗਲਤ ਵਰਤੋਂ ਕਰ ਰਿਹਾ ਹੈ ਨਾ, ਦੁਰਵਰਤੋਂ ਕਰ ਰਿਹਾ ਹੈ। ਇਸੇ ਤਰ੍ਹਾਂ ਹੋਰ ਅਨੇਕਾਂ ਕਰਮ ਨੇ ਜੋ ਬੰਦਾ ਗਿਆਨ ਦੀ ਗਲਤ ਵਰਤੋਂ ਕਰਕੇ ਕਰਦਾ ਹੈ। ਚੋਰੀਆਂ ਨੇ, ਬੇਈਮਾਨੀਆਂ ਨੇ, ਖਾਤੇ ਹੈਕ ਕਰਨੇ ਨੇ, ਸਾਰਾ ਕੁਝ ਕੀ ਹੈ ਗਿਆਨ ਨਾਲ ਹੀ ਹੋ ਰਿਹਾ ਹੈ, ਪਰ ਗਿਆਨ ਦੀ ਗਲਤ ਵਰਤੋਂ ਹੈ। ਇੱਥੇ ਗਿਆਨ ਦੀ ਸਹੀ ਵਰਤੋਂ ਦੀ ਗੱਲ ਕਰ ਰਹੇ ਨੇ। ਗੁਰਮੁਖ ਪਰਚੈ ਵੇਦ ਵਿਚਾਰੀ, ਜੋ ਗੁਰੂ ਦੇ ਨਾਲ ਸਾਂਝ ਪਾਉਂਦਾ ਹੈ, ਪਰਚਾ ਪਾਉਂਦਾ ਹੈ, ਡੂੰਗੀ ਸਾਂਝ ਬਣਾ ਲੈਂਦਾ ਹੈ, ਜਿਸ ਦਾ ਗੁਰੂ ਦੀ ਪਾਵਨ ਬਾਣੀ ਤੇ, ਗੁਰੂ ਗਿਆਨ ਤੇ, ਗੁਰੂ ਦੀ ਮੱਤ ਤੇ, ਗੁਰੂ ਦੇ ਸਿਧਾਂਤਾਂ ਤੇ, ਗੁਰੂ ਦੀ ਫਿਲਾਸਫੀ ਤੇ ਜਿਸ ਦਾ ਵਿਸ਼ਵਾਸ ਹੈ, ਉਹ ਗਿਆਨ ਦਾ ਵਿਚਾਰਵਾਨ ਹੈ। ਉਹ ਹਰ ਕਰਮ ਗਿਆਨ ਦੇ ਚਾਨਣੇ ਵਿੱਚ ਕਰਦਾ ਹੈ, ਉਹ ਗਿਆਨ ਦੀ ਸਹੀ ਵਰਤੋਂ ਕਰਦਾ ਹੈ। ਗੁਰਮੁਖ ਪਰਚੈ ਤਰੀਐ ਤਾਰੀ। ਤਰੀਐ ਤਾਰੀ ਦਾ ਮਤਲਬ ਸੰਸਾਰ ਸਾਗਰ ਤੋਂ ਤਰ ਜਾਈਦਾ ਹੈ। ਗੁਰਮੁਖ ਪਰਚੇ ਦਾ ਮਤਲਬ ਗੁਰੂ ਦੇ ਨਾਲ ਡੂੰਗੀ ਸਾਂਝ ਬਣਾਇਆ, ਪਰਚਾ ਪਾਇਆ, ਸਾਂਝ ਬਣਾਇਆ, ਸੰਸਾਰ ਸਾਗਰ ਤੋਂ ਤਰ ਜਾਈਦਾ ਹੈ। ਤੁਸੀਂ ਸੰਸਾਰ ਸਾਗਰ ਨੂੰ ਛੱਡ ਕੇ ਹੀ ਆ ਗਏ ਹੋ, ਸੰਸਾਰ ਨੂੰ ਛੱਡ ਦਿੱਤਾ ਹੈ। ਛੱਡਣਾ ਨਹੀਂ, ਤਰਨਾ ਹੈ। ਹੁੰਦੇ ਕੋਈ ਚੀਜ਼ ਸਮਝਣ ਵਾਲੀ ਹੈ। ਮੰਨ ਲਓ ਸਾਡੀ ਮੰਜ਼ਿਲ, ਉਹਦੇ ਵਿੱਚ ਰਾਸਤੇ ਵਿੱਚ ਇੱਕ ਨਦੀ ਹੈ, ਉਸ ਨਦੀ ਨੂੰ ਪਾਰ ਕਰਕੇ ਤੇ ਸਾਡੀ ਮੰਜ਼ਿਲ ਹੈ। ਹੁਣ 2 ਕਿਸਮ ਦੇ ਲੋਕ ਨੇ, 3 ਕਿਸਮ ਦੇ। ਇੱਕ ਤੇ ਉਹ ਨੇ ਜਿਨ੍ਹਾਂ ਨੂੰ ਤਰਨਾ ਨਹੀਂ ਆਉਂਦਾ ਤੇ ਉਹਨਾਂ ਨੇ ਨਦੀ ਵਿੱਚ ਛਲਾਂਗ ਮਾਰ ਦਿੱਤੀ,
लेकिन वो डूब गए। वो परले पासे नहीं गए, ना उरले पासे जोगे रहे, ना परले पासे जोगे, डूब गए बेचारे, तरना आउंदा नहीं। दूजे लोग ਉਹ ਨੇ ਜਿਹੜੇ ਨਦੀ ਨੂੰ ਵੇਖ ਕੇ ਡਰ ਗਏ ਔਰ ਨਦੀ ਨੂੰ ਵੇਖ ਕੇ ਤੇ ਪਿੱਛੇ ਚਲੇ ਗਏ। ਹੁਣ ਉਹ ਵੀ ਆਪਣੀ ਮੰਜ਼ਿਲ ਤੇ ਨਹੀਂ ਜਾ ਸਕਣਗੇ। ਜਦੋਂ ਦੁਬਾਰਾ ਆਣਗੇ, ਨਦੀ ਅੱਗੇ ਫਿਰ ਖੜੀ ਹੈ, ਨਦੀ ਨੂੰ ਤਰਨਾ ਹੈ ਤੇ ਫਿਰ ਪਰਲੇ ਪਾਸੇ ਪਹੁੰਚਣਾ ਹੈ। ਤੀਜੇ ਉਹ ਨੇ ਜਿਨ੍ਹਾਂ ਦੇ ਕੋਲ ਤਰਨ ਦੀ ਜਾਚ ਹੈ, ਉਹ ਆਏ ਨੇ, ਉਹਨਾਂ ਨੇ ਨਦੀ ਦੇ ਵਿੱਚ ਛਲਾਂਗ ਲਗਾਈ ਹੈ ਔਰ ਨਦੀ ਨੂੰ ਤਰ ਕੇ ਪਰਲੇ ਕਿਨਾਰੇ ਤੇ ਪਹੁੰਚ ਗਏ ਨੇ। ਤਾਂ ਪਰਲੇ ਕਿਨਾਰੇ ਤੇ ਕੌਣ ਪਹੁੰਚੇ? ਜਿਨ੍ਹਾਂ ਨੂੰ ਤਰਨ ਦੀ ਜਾਚ ਹੈ। ਇਹਦਾ ਮਤਲਬ ਨਦੀ ਨੂੰ ਜੇ ਛੱਡ ਕੇ ਪਿੱਛੇ ਜੋ ਦੌੜ ਗਏ ਨੇ, ਉਹ ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਪਾਣਗੇ। ਕੁਝ ਲੋਕ ਤੇ ਡੁੱਬ ਗਏ ਨੇ, ਉਹ ਲੋਕ ਤੇ ਉਹ ਨੇ ਜੋ ਸੰਸਾਰ ਦੇ ਅੰਦਰ ਪਾਪ ਅਪਰਾਧ ਕਮਾ ਰਹੇ ਨੇ, ਜਿਨ੍ਹਾਂ ਨੂੰ ਜੀਵਨ ਦਾ ਢੰਗ ਨਹੀਂ ਆਇਆ, ਗਲਤ ਢੰਗ ਅਪਣਾਇਆ ਹੈ, ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ, ਮੇਰ ਤੇਰ ਜਾਂ ਕਰਪਸ਼ਨ, ਪਾਪ ਅਪਰਾਧ ਕਮਾ ਰਹੇ ਨੇ, ਉਹ ਨੇ ਡੁੱਬੇ ਹੋਏ। ਦੂਜੇ ਉਹ ਨੇ ਜੋ ਇਸ ਨਦੀ ਕੇ ਭੱਜ ਗਏ, ਉਹ ਨੇ ਸਾਡੇ ਬਾਬੇ, ਜਿਨ੍ਹਾਂ ਨੇ ਗ੍ਰਸਤ ਨੂੰ ਛੱਡ ਦਿੱਤਾ, ਜ਼ਿੰਮੇਵਾਰੀਆਂ ਨੂੰ ਛੱਡ ਦਿੱਤਾ। ਕਿ ਜ਼ਿੰਮੇਵਾਰੀਆਂ ਨਿਭਾਉਣੀਆਂ ਤੇ ਬੜੀਆਂ ਔਖੀਆਂ ਨੇ। ਕਿਰਤ ਕਰਨੀ, ਜ਼ਿੰਮੇਵਾਰੀਆਂ ਨੂੰ ਨਿਭਾਉਣਾ, ਭੈਣਾਂ ਭਰਾਵਾਂ ਦੇ ਵਿੱਚ ਵਿਚਰਨਾ, ਉਹ ਛੱਡ ਕੇ ਹੀ ਭੱਜ ਗਏ। ਜਿਵੇਂ ਜੋਗੀ ਨੇ, ਅੱਜ ਦੇ ਬਾਬੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਇਸ ਗ੍ਰਸਤ ਨੂੰ ਛੱਡ ਕੇ ਚਲੇ ਗਏ। ਇਹ ਉਹ ਨੇ, ਉਹ ਵੀ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਪਾਣਗੇ। ਤੀਜੇ ਉਹ ਨੇ ਜੋ ਇਸ ਸੰਸਾਰ ਵਿੱਚ ਜ਼ਿੰਦਗੀ ਜੀ ਰਹੇ ਨੇ, ਜਿਨ੍ਹਾਂ ਨੂੰ ਕਰਨ ਦੀ ਜਾਚ ਹੈ, ਜੀਵਨ ਦੀ ਜਾਚ ਹੈ, ਉਹ ਕਰਮ ਕਰ ਰਹੇ ਨੇ, ਗ੍ਰਸਤ ਦੇ ਫਰਜ਼ਾਂ ਨੂੰ ਨਿਭਾ ਰਹੇ ਨੇ, ਲੇਕਿਨ ਸੱਚ ਨੂੰ ਬੇਸ ਬਣਾ ਕੇ ਉਹ ਝੂਠ ਵਿੱਚ, ਫਰੇਬਾਂ ਵਿੱਚ, ਅੰਧ ਵਿਸ਼ਵਾਸਾਂ ਵਿੱਚ ਡੁੱਬੇ ਨਹੀਂ ਹਨ। ਸੱਚ ਨੂੰ ਬੇਸ ਬਣਾਇਆ ਹੈ। ਉਹ ਲੋਕ ਤਰ ਗਏ ਨੇ ਜਿਨ੍ਹਾਂ ਨੇ ਗੁਰਬਾਣੀ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲਿਆ। ਤਾਂ ਗੁਰੂ ਪਾਤਸ਼ਾਹ ਜੀ ਸਿੱਧਾਂ ਨੂੰ ਸਮਝਾ ਰਹੇ ਨੇ ਕਿ ਪਿਆਰਿਓ, ਇਹ ਸੰਸਾਰ ਨੂੰ ਛੱਡ ਕੇ ਭੱਜਣ ਦੀ ਲੋੜ ਨਹੀਂ ਹੈ। ਰਹਾਉ ਦੀ ਪੰਕਤੀ ਹੈ ਨਾ, ਕਿਆ ਭਵੀਐ ਸੱਚ ਸੂਚਾ ਹੋਏ, ਕਿ ਜਗਤ ਵਿੱਚ ਪਾਉਣ ਦਾ ਕੀ ਫਾਇਦਾ ਹੈ ਤੀਰਥਾਂ ਵਗੈਰਾ ਤੇ। ਸੱਚ ਦੇ ਨਾਲ ਜੁੜਿਆ ਬੰਦਾ ਸੁੱਚਾ ਹੋ ਜਾਂਦਾ ਹੈ। ਤਾਂ ਗੁਰਮੁਖ ਪਰਚੈ, ਜੋ ਗੁਰੂ ਦੇ ਨਾਲ ਪ੍ਰੀਤ ਬਣਾ ਲੈਂਦਾ ਹੈ, ਸਾਂਝ ਬਣਾ ਲੈਂਦਾ ਹੈ, ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ, ਤਰੀਏ ਤਾਰੀ, ਉਹ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ, ਉਹ ਵਿਕਾਰਾਂ ਤੋਂ ਪਾਰ ਹੋ ਜਾਂਦਾ ਹੈ। ਉਹਦੀ ਸੁਰਤ ਵਿਕਾਰਾਂ ਦੇ ਵਿੱਚ ਡੁੱਬਦੀ ਨਹੀਂ, ਉਹ ਸੰਸਾਰ ਵਿੱਚ ਇੰਝ ਰਹਿੰਦਾ ਹੈ ਜਿਵੇਂ ਕਮਲ ਦੇ ਵਿੱਚ, ਪਾਣੀ ਦੇ ਵਿੱਚ ਕਮਲ ਹੈ, ਜਿਵੇਂ ਪਾਣੀ ਦੇ ਵਿੱਚ ਮੁਰਗਾਬੀ ਹੈ। ਗੁਰਮੁਖ ਪਰਚੈ ਸੋ ਸ਼ਬਦ ਗਿਆਨੀ, ਸੋ ਵੱਖਰਾ ਪੜਨਾ ਹੈ। ਗੁਰਮੁਖ ਪਰਚੈ ਸੋ ਸ਼ਬਦ ਗਿਆਨੀ। ਗਿਆਨੀ ਦਾ ਮਤਲਬ ਗਿਆਨ ਵਾਲਾ, ਪ੍ਰਭੂ ਦੇ ਨਾਲ ਡੂੰਘੀ ਜਾਣ ਪਛਾਣ ਵਾਲਾ। ਗੁਰਮੁਖ ਪਰਚੈ ਦਾ ਮਤਲਬ ਜੋ ਗੁਰੂ ਦੇ ਨਾਲ ਪ੍ਰੀਤ ਪਾਉਂਦਾ ਹੈ, ਉਹ ਪ੍ਰਭੂ ਦੇ ਨਾਲ ਡੂੰਘੀ ਜਾਣ ਪਛਾਣ ਵਾਲਾ ਬਣ ਜਾਂਦਾ ਹੈ। ਜਿਨ੍ਹਾਂ ਦੀ ਗੁਰੂ ਦੀ ਦਇਆ ਦੁਆਰਾ ਨਿਸ਼ਾ ਹੋ ਗਈ, ਯਾਨੀ ਜਿਨ੍ਹਾਂ ਨੇ ਗੁਰੂ ਅੱਗੇ ਸਮਰਪਣ ਕਰ ਦਿੱਤਾ, ਗੁਰਮੁਖ, ਉਹ ਸ਼ਬਦ ਦੇ ਗਿਆਨੀ, ਰੱਬ ਦੇ ਨਾਲ ਡੂੰਘੀ ਜਾਣ ਪਛਾਣ ਵਾਲੇ ਨੇ। ਸ਼ਬਦ ਦਾ ਮਤਲਬ ਹੁਕਮ, ਉਹਨਾਂ ਨੂੰ ਹੁਕਮ ਦੀ ਸੂਝ ਆ ਜਾਂਦੀ ਹੈ। ਉਹਨਾਂ ਨੂੰ ਹੁਕਮ ਦੀ ਸੂਝ ਆ ਗਈ, ਸ਼ਬਦ ਰਾਹੀਂ, ਗੁਰੂ ਦੇ ਗਿਆਨ ਰਾਹੀਂ ਉਹ ਗਿਆਨਵਾਨ ਹੋ ਗਏ। ਉਹਨਾਂ ਨੂੰ ਇਸ ਸੰਸਾਰ ਦੀ ਜ਼ਿੰਦਗੀ ਦੀ ਹੁਕਮ ਦੀ ਸੂਝ ਔਰ ਸਮਝ ਆ ਗਈ, ਵਿਵੇਕ ਬੁੱਧ ਮਿਲ ਗਈ ਕਿ ਕਿਵੇਂ ਇਹ ਜ਼ਿੰਦਗੀ ਨੂੰ ਸਫਲ ਕੀਤਾ ਜਾ ਸਕਦਾ ਹੈ, ਕਿਵੇਂ ਇਹ ਜ਼ਿੰਦਗੀ ਅਸਫਲ ਹੋ ਜਾਂਦੀ ਹੈ, ਕਿਵੇਂ ਸਾਡੇ ਆਪਣੇ ਹੀ ਕੀਤੇ ਹੋਏ ਕਰਮ ਸਾਡੇ ਲਈ ਜੰਜਾਲ ਬਣ ਜਾਂਦੇ ਨੇ, ਔਰ ਕਿਵੇਂ ਸਾਡੇ ਆਪਣੇ ਹੀ ਕੀਤੇ ਹੋਏ ਕਰਮ ਸਾਨੂੰ ਇਸ ਸੰਸਾਰ ਤੋਂ ਪਾਰ ਵੀ ਲੰਘਾ ਸਕਦੇ ਨੇ। ਕਿਵੇਂ ਮੇਰਾ ਵਿਹਾਰ ਸਮਾਜ ਦੇ ਨਾਲ ਮੇਰੀ ਦੂਰੀ ਵਧਾ ਦਿੰਦਾ ਹੈ, ਤੇ ਕਿਵੇਂ ਮੇਰਾ ਵਿਹਾਰ ਸਮਾਜ ਦੇ ਨਾਲ ਨੇੜਤਾ ਬਣਾ ਸਕਦਾ ਹੈ। ਕਿਵੇਂ ਮੇਰਾ ਵਿਹਾਰ ਮੇਰੇ ਜੀਵਨ ਦਾ ਢੰਗ, ਮੇਰੀ ਜ਼ਿੰਦਗੀ ਅੰਦਰ ਸੁੱਖ ਪੈਦਾ ਕਰ ਦਿੰਦਾ ਹੈ, ਔਰ ਕਿਵੇਂ ਮੇਰਾ ਆਪਣਾ ਹੀ ਵਿਹਾਰ ਮੈਨੂੰ ਦੁਖੀ ਔਰ ਅਸ਼ਾਂਤ ਕਰ ਦਿੰਦਾ ਹੈ। ਉਹ ਇਸ ਚੀਜ਼ ਦੇ ਗਿਆਨੀ ਹੋ ਜਾਂਦੇ ਨੇ। ਉਹਨਾਂ ਨੂੰ ਵਿਵੇਕ ਬੁੱਧ ਮਿਲ ਜਾਂਦੀ ਹੈ, ਉਹਨਾਂ ਨੂੰ ਕਾਮਨ ਸੈਂਸ ਮਿਲ ਜਾਂਦੀ ਹੈ। ਇਹ ਜੋਗੀ ਜਨੋ, ਉਹਨਾਂ ਨੂੰ ਫਿਰ ਸੰਸਾਰ ਔਰ ਗ੍ਰਸਤ ਤਿਆਗਣ ਦੀ ਲੋੜ ਨਹੀਂ ਪੈਂਦੀ, ਉਹਨਾਂ ਨੂੰ ਅਵਖਾਵੇ ਦੀਆਂ ਸਮਾਧੀਆਂ ਲਾਉਣ ਦੀ ਲੋੜ ਨਹੀਂ ਪੈਂਦੀ।
ਉਹਨਾਂ ਨੂੰ ਭੋਰਿਆਂ ਵਿੱਚ ਵੜਨ ਦੀ, ਪਹਾੜਾਂ ਤੇ ਚੜਨ ਦੀ, ਗੁਫਾਵਾਂ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ। ਗੁਰੂ ਗਿਆਨ ਰਾਹੀਂ, ਗੁਰੂ ਦੇ ਸ਼ਬਦ ਰਾਹੀਂ, ਉਪਦੇਸ਼ ਰਾਹੀਂ, ਗੁਰੂ ਦੇ ਨਾਲ ਪ੍ਰੀਤ ਪਾ ਕੇ ਉਹ ਪ੍ਰਭੂ ਦੇ ਨਾਲ ਡੂੰਘੀ ਜਾਣ ਪਛਾਣ ਵਾਲੇ ਹੋ ਜਾਂਦੇ ਨੇ। ਪ੍ਰਭੂ ਦੇ ਗੁਣਾਂ ਦੇ ਨਾਲ ਉਹਨਾਂ ਦੀ ਸਾਂਝ ਬਣ ਜਾਂਦੀ। ਗੁਰਮੁਖ ਪਰਚੈ ਅੰਤਰਬਿਦ ਜਾਨੀ। ਅੰਤਰਬਿਦ ਦਾ ਮਤਲਬ ਅੰਦਰ ਦੀ ਸੂਝ। ਜੋ ਗੁਰੂ ਸ਼ਬਦ ਦੇ ਨਾਲ, ਗੁਰੂ ਗਿਆਨ ਦੇ ਨਾਲ ਪ੍ਰੀਤ ਪਾਉਂਦੇ ਨੇ, ਉਹਨਾਂ ਨੂੰ ਅੰਦਰ ਦੀ ਹਾਲਾਤ ਦੀ ਸਮਝ ਪੈ ਜਾਂਦੀ ਹੈ। ਅੰਦਰ ਦੀ ਹਾਲਾਤ, ਹੁਣ ਇਹ ਚੀਜ਼ ਸਮਝਣ ਵਾਲੀ ਹੈ। ਅਸੀਂ ਕਈ ਵਾਰ ਗੱਲਾਂ ਕਰ ਰਹੇ ਹਾਂ, ਗੱਲਾਂ ਗੁਰਬਾਣੀ ਦੀਆਂ ਸ਼ੁਰੂ ਕੀਤੀਆਂ, ਧਰਮ ਦੀਆਂ ਸ਼ੁਰੂ ਕੀਤੀਆਂ, ਲੇਕਿਨ ਗੱਲਾਂ ਕਰਦੇ ਕਰਦੇ ਪਤਾ ਹੀ ਨਹੀਂ ਲੱਗਾ ਕਦੋਂ ਅਸੀਂ ਕਿਸੇ ਦੀ ਬਦਖੋਈ ਕਰਨ ਲੱਗ ਗਏ, ਕਦੋਂ ਅਸੀਂ ਵਿਕਾਰਾਂ ਵਾਲੀਆਂ ਗੱਲਾਂ ਕਰਨ ਲੱਗ ਗਏ। ਅਸੀਂ ਬੈਠੇ ਹਾਂ, ਦੇਖ ਰਹੇ ਹਾਂ ਕਿਸੇ ਵੱਲ, ਤੇ ਕਦੋਂ ਸਾਡੀ ਦ੍ਰਿਸ਼ਟੀ ਵਿਕਾਰੀ ਹੋ ਗਈ, ਅਸੀਂ ਮਾੜੀ ਨਜ਼ਰ ਨਾਲ ਦੇਖਣ ਲੱਗ ਗਏ। ਅੰਦਰ ਦਾ ਪਤਾ ਹੀ ਨਹੀਂ ਲੱਗਾ ਅੰਦਰਲਾ ਕਦੋਂ ਬਦਲ ਗਿਆ। ਬੋਲਦਿਆਂ ਬੋਲਦਿਆਂ ਅਸੀਂ ਕਦੋਂ ਝੂਠ ਬੋਲ ਗਏ, ਪਤਾ ਹੀ ਨਹੀਂ ਨਾ ਲੱਗਾ। ਕਰਦਿਆਂ ਕਰਦਿਆਂ ਕਦੋਂ ਅਸੀਂ ਗਲਤ ਕਰ ਗਏ। ਜੀਂਦਿਆਂ ਜੀਂਦਿਆਂ ਪਤਾ ਹੀ ਨਹੀਂ ਲੱਗਾ ਕਿ ਕਦੋਂ ਅਸੀਂ ਗਲਤ ਜ਼ਿੰਦਗੀ ਦਾ ਰਾਸਤਾ ਅਪਣਾ ਲਿਆ ਤੇ ਜੀਵਨ ਹੀ ਬਰਬਾਦ ਕਰ ਲਿਆ। ਆਮ ਬੰਦੇ ਨਾਲ ਐਸਾ ਹੀ ਵਾਪਰਦਾ ਨਾ। ਇੱਕ ਅੱਧਾ ਪੈਗ ਧੱਕੇ ਨਾਲ ਕਿਸੇ ਨੇ ਲਵਾ ਦਿੱਤਾ ਤੇ ਉਸ ਤੋਂ ਬਾਅਦ ਮੁੜ ਕੇ ਫਿਰ ਸ਼ਰਾਬੀ ਹੋ ਗਿਆ। ਪਤਾ ਹੀ ਨਹੀਂ ਲੱਗਾ ਨਾ ਕਦੋਂ ਉਹ ਸ਼ਰਾਬੀ ਹੋ ਗਿਆ, ਕਦੋਂ ਉਹ ਡਰੱਗੀ ਹੋ ਗਿਆ, ਕਦੋਂ ਬੰਦਾ ਚੋਰ ਬਣ ਗਿਆ, ਕਦੋਂ ਉਹ ਜੇਬ ਕਤਰਾ ਹੋ ਗਿਆ। ਉਹਨੂੰ ਅੰਦਰ ਦੀ ਸਮਝ ਹੀ ਨਹੀਂ ਆਉਂਦੀ ਕਿ ਮੈਂ ਆਪਣੇ ਇਸ ਅੰਦਰ ਨੂੰ ਕਿਵੇਂ ਬਦਲਾਂ। ਕਿੰਨੇ ਸਾਰੇ ਲੋਕ ਨੇ ਜੋ ਡਿਪਰੈਸ਼ਨ ਵਿੱਚ ਚਲੇ ਗਏ, ਕਿੰਨੇ ਸਾਰੇ ਲੋਕ ਨੇ ਜੋ ਇਨਫੀਰੀਓਰਿਟੀ ਕੰਪਲੈਕਸ ਦਾ ਸ਼ਿਕਾਰ ਹੋ ਗਏ, ਕਿੰਨੇ ਸਾਰੇ ਲੋਕ ਨੇ ਜੋ ਸੁਪਰੀਓਰਿਟੀ ਕੰਪਲੈਕਸ ਦਾ ਸ਼ਿਕਾਰ ਹੋ ਗਏ, ਕਿੰਨੇ ਸਾਰੇ ਲੋਕ ਨੇ ਜੋ ਫੋਬੀਆ ਦੇ ਸ਼ਿਕਾਰ ਹੋ ਗਏ, ਹਿਸਟੀਰੀਆ ਦੇ ਸ਼ਿਕਾਰ ਹੋ ਗਏ, ਪਰਸਨੈਲਿਟੀ ਡਿਸਆਰਡਰ ਦੇ ਸ਼ਿਕਾਰ ਹੋ ਗਏ। ਤਾਂ ਅੰਦਰ ਦੀ ਵਿਦ ਦਾ ਪਤਾ ਨਹੀਂ ਨਾ ਲੱਗਾ। ਜਿੰਨੇ ਵੀ ਮਾਨਸਿਕ ਰੋਗ ਨੇ ਇਹ ਸਾਡੇ ਆਪਣੇ ਸਹੇੜੇ ਹੋਏ ਨੇ, ਪਤਾ ਹੀ ਨਹੀਂ ਲੱਗਾ ਬੰਦੇ ਨੂੰ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਗੁਰੂ ਦੇ ਅਨੁਸਾਰੀ ਹੁੰਦਾ ਹੈ ਉਹਨੂੰ ਆਪਣੇ ਅੰਦਰ ਦੀ ਹਾਲਾਤ ਦਾ ਪਤਾ ਹੁੰਦਾ ਹੈ, ਉਹਨੂੰ ਆਪਣੀ ਮਾਨਸਿਕਤਾ ਦਾ ਪਤਾ ਹੁੰਦਾ ਹੈ, ਉਹਨੂੰ ਆਪਣੇ ਆਪੇ ਦਾ ਪਤਾ ਹੁੰਦਾ ਹੈ ਕਿ ਮੈਂ ਕਿੱਥੇ ਖੜਾ ਹਾਂ। ਆਮ ਜੋ ਬੰਦੇ ਦੀ ਪ੍ਰੋਬਲਮ ਹੈ ਨਾ ਉਹ ਇਹ ਹੈ ਕਿ ਬੰਦੇ ਨੂੰ ਆਪਣੀ ਮਾਨਸਿਕਤਾ ਦਾ ਨਹੀਂ ਪਤਾ ਕਿ ਮੈਂ ਖੜਾ ਕਿੱਥੇ ਹਾਂ। ਦੂਜਿਆਂ ਦੀ ਮਾਨਸਿਕਤਾ ਬਾਰੇ ਪਤਾ ਹੈ। ਅਸੀਂ ਦੂਜਿਆਂ ਬਾਰੇ ਗੱਲਾਂ ਕਰਦੇ ਹਾਂ ਕਿ ਉਹਦੀ ਸੋਚ ਬੜੀ ਭੈੜੀ ਹੈ, ਉਹ ਬੰਦਾ ਮਾੜਾ ਹੈ, ਉਹ ਬੰਦਾ ਦੂਜਿਆਂ ਬਾਰੇ ਸਾਨੂੰ ਸਾਰਾ ਪਤਾ ਹੈ। ਜੇ ਨਹੀਂ ਪਤਾ ਤੇ ਆਪਣੇ ਬਾਰੇ ਨਹੀਂ ਪਤਾ ਕਿ ਮੇਰੀ ਸੋਚ ਕਿੱਥੇ ਖੜੀ ਹੈ। ਮੈਂ ਜੋ ਕਿਸੇ ਦੀ ਬਦਖੋਈ ਕਰ ਰਿਹਾ ਉਹ ਕਿਹੜੀ ਸੋਚ ਵਿੱਚੋਂ ਕਰ ਰਿਹਾ। ਮੇਰੀ ਜ਼ਿੰਦਗੀ ਜੀਣ ਦਾ ਢੰਗ ਤਰੀਕਾ ਕੈਸਾ ਹੈ, ਕਿੰਨੀ ਉੱਚੀ ਸੋਚ ਹੈ, ਕਿੰਨੀ ਨੀਵੀਂ ਸੋਚ ਹੈ, ਬੰਦੇ ਨੂੰ ਨਹੀਂ ਪਤਾ। ਤਾਂ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਜੋ ਗੁਰੂ ਦੇ ਨਾਲ ਪਰਚਾ ਪਾਉਂਦਾ ਹੈ, ਗੁਰੂ ਦੀ ਬਾਣੀ ਦੇ ਨਾਲ ਸਾਂਝ ਪਾਉਂਦਾ ਹੈ, ਉਹਨੂੰ ਅੰਤਰ ਦੀ ਵਿਧ ਦਾ ਪਤਾ ਲੱਗ ਜਾਂਦਾ ਹੈ, ਅੰਦਰ ਦੀ ਹਾਲਾਤ ਦਾ ਪਤਾ ਲੱਗ ਜਾਂਦਾ ਹੈ। ਉਹ ਆਪਣੀ ਮਾਨਸਿਕਤਾ ਦਾ ਜਾਣੂ ਹੋ ਜਾਂਦਾ ਹੈ, ਉਹਨੂੰ ਆਪਣੇ ਭਲੇ ਬੁਰੇ ਦੀ ਪਹਿਚਾਨ ਆ ਜਾਂਦੀ ਹੈ। ਉਹ ਸੈਲਫ ਐਨਾਲਿਸਿਸ ਕਰਦਾ ਹੈ ਕਿ ਮੇਰੇ ਅੰਦਰ ਕੀ ਕਮੀਆਂ ਨੇ, ਕੀ ਦੋਸ਼ ਨੇ, ਮੇਰੇ ਅੰਦਰ ਕਿਹੜੀ ਕਿਹੜੀ ਪੋਸੀਬਿਲਿਟੀਜ਼ ਨੇ। ਉਹਨੂੰ ਇਹਨਾਂ ਚੀਜ਼ਾਂ ਦੀ ਸਮਝ ਆ ਜਾਂਦੀ ਹੈ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ। ਗੁਰਮੁਖ ਪਾਈਐ ਅਲਖ ਅਪਾਰ। ਅਲਖ ਦਾ ਮਤਲਬ ਜੋ ਦਿਸਦਾ ਨਹੀਂ, ਅਪਾਰ ਦਾ ਮਤਲਬ ਜਿਸ ਦਾ ਪਾਰ ਨਹੀਂ ਹੈ। ਹੁਣ ਦੇਖੋ ਸਾਡੀ ਪ੍ਰੋਬਲਮ ਕੀ ਹੈ। ਜਲਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ, ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁੱਖ ਗਣਾ। ਜੋ ਜਲਾਂ ਥਲਾਂ ਧਰਤੀ ਔਰ ਆਕਾਸ਼ ਦੇ ਅੰਦਰ ਸਮਾਇਆ ਹੋਇਆ ਹੈ, ਸਾਡੇ ਸਾਰਿਆਂ ਦੇ ਅੰਦਰ ਜੋ ਵਸ ਰਿਹਾ ਹੈ ਉਹ ਸਾਨੂੰ ਨਜ਼ਰ ਹੀ ਨਹੀਂ ਪੈ ਰਿਹਾ। ਤਾਂ ਦੁਨੀਆ ਦਾ ਸਭ ਤੋਂ ਵੱਡਾ ਦੁਖਾਂਤ ਤਾਂ ਇਹ ਹੀ ਹੈ ਨਾ ਕਿ ਜੋ ਮੇਰੇ ਵਿੱਚ ਵੀ ਵਸ ਰਿਹਾ ਹੈ, ਤੁਹਾਡੇ ਵਿੱਚ ਵੀ ਵਸ ਰਿਹਾ ਹੈ, ਹਵਾ ਵਿੱਚ, ਪਾਣੀ ਵਿੱਚ, ਜਲ ਥਲ ਦੇ ਅੰਦਰ ਸਮਾਇਆ ਹੋਇਆ ਹੈ, ਉਹ ਸਾਨੂੰ ਦਿਸ ਨਹੀਂ ਰਿਹਾ। ਹੁਣ ਇਸ ਤੋਂ ਵੱਡਾ ਦੁਖਾਂਤ ਕੀ ਹੋ ਸਕਦਾ ਹੈ। ਗੁਰੂ ਜੀ ਕਿੰਨੇ ਸਾਫ਼ ਲਫ਼ਜ਼ਾਂ ਵਿੱਚ ਕਹਿ ਰਹੇ ਨੇ ਕਿ ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਿ ਆ ਜੋ ਵਿਸ਼ਵ ਸੰਸਾਰ ਵੇਖ ਰਹੇ ਹੋ ਇਹ ਰੱਬ ਦਾ ਹੀ ਰੂਪ ਹੈ, ਰੱਬ ਦਾ ਹੀ ਰੂਪ ਸਾਨੂੰ ਨਜ਼ਰੀ ਪੈ ਰਿਹਾ ਹੈ, ਪਰ ਸਾਨੂੰ ਹੁਣ ਉਹ ਦਿਸ ਨਹੀਂ ਰਿਹਾ।
ਅਲੱਖ ਹੈ, ਤਾਂ ਇਸ ਤੋਂ ਵੱਡਾ ਦੁੱਖ ਹੋਰ ਕੀ ਹੋ ਸਕਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਜੋ ਅਲੱਖ ਹੈ, ਜੋ ਅਦ੍ਰਿਸ਼ਟ ਹੈ, ਜੋ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ। ਗੁਰਬਾਣੀ ਵਿੱਚ ਇੱਕ ਪਾਵਨ ਪੰਕਤੀ ਹੈ ਨਾ, ਨਾਨਕ ਸੇ ਅੱਖੜੀਆਂ ਬਿਆਨ ਜਿਨੀ ਦਿਸੰਦੋ ਮਾਂ ਪਿਰੀ, ਕਿ ਉਹ ਅੱਖਾਂ ਹੋਰ ਨੇ ਜਿਨ੍ਹਾਂ ਅੱਖਾਂ ਦੇ ਨਾਲ ਮੇਰਾ ਪਿਆਰਾ ਰੱਬ ਦਿਸਦਾ ਹੈ। ਹੁਣ ਉਹ ਅੱਖਾਂ ਕਿਹੜੀਆਂ ਨੇ? ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇਹ ਜੋ ਅੱਖਾਂ ਨੇ ਸਾਡੇ ਡੇਲੇ ਨੇ ਇਹ ਬਦਲਨੇ ਪੈਣਗੇ, ਨਹੀਂ। ਅੱਖਾਂ ਇਹੀ ਰਹਿਣਗੀਆਂ। ਸੋਚ, ਮੈਂਟੈਲਿਟੀ, ਉਹ ਸੋਚ ਵੱਖਰੀ ਹੈ ਜਿਹੜੀ ਸੋਚ ਦੇ ਨਾਲ ਰੱਬ ਦਿਸਦਾ ਹੈ। ਜਿਸ ਸੋਚ ਨਾਲ ਅਸੀਂ ਵੇਖ ਰਹੇ ਹਾਂ, ਇਹ ਸੋਚ ਨਾਲ ਤੇ ਰੱਬ ਨਹੀਂ ਦਿਸੇਗਾ। ਇਹ ਸੋਚ ਤੇ ਸਾਡੀ ਮੇਰ ਤੇਰ ਵਾਲੀ ਹੈ, ਜਾਤੀਵਾਦ ਵਾਲੀ ਹੈ। ਇਹ ਸੋਚ ਤੇ ਆਪਣੇ ਪਰਾਏ ਵਾਲੀ ਹੈ। ਸਾਡੀ ਸੋਚ ਤੇ ਈਰਖਾ, ਦ્વੈਸ਼, ਵੈਰ ਵਿਰੋਧ ਵਾਲੀ ਹੈ ਨਾ, ਹੰਕਾਰ ਵਾਲੀ ਹੈ, ਜਾਂ ਹੋਰ ਵਿਕਾਰ ਨੇ। ਇਹ ਸੋਚ ਨਾਲ ਥੋੜਾ ਦਿਸੇਗਾ। ਇਹ ਸੋਚ ਰੱਖ ਕੇ, ਜਿਹੜੀ ਆਮ ਬੰਦੇ ਦੀ ਸੋਚ ਹੈ, ਇਹ ਸੋਚ ਨੂੰ ਰੱਖ ਕੇ ਇਹ ਜੋਗੀ ਜਨੋਂ ਬੇਸ਼ੱਕ ਤੁਸੀਂ ਜੰਗਲਾਂ ਵਿੱਚ ਫਿਰਦੇ ਰਹੋ, ਭੋਰਿਆਂ ਵਿੱਚ ਵੜਦੇ ਰਹੋ, ਪਹਾੜਾਂ ਤੇ ਚੜ੍ਹਦੇ ਰਹੋ, ਸਮਾਧੀਆਂ ਲਾਉਂਦੇ ਰਹੋ, ਇਹ ਸੋਚ ਨਾਲ ਤੇ ਕਦੇ ਦਿਸਣਾ ਹੀ ਨਹੀਂ। ਕਿੰਨੇ ਫਿਰਕੇ ਨੇ ਨਾ ਜੋਗੀਆਂ ਦੇ। ਅੱਜ ਅਸੀਂ ਵੇਖੀਏ ਤਾਂ ਕਿੰਨੇ ਫਿਰਕੇ ਨੇ ਬਾਬਿਆਂ ਦੇ। ਇਹ ਸੋਚ ਨਾਲ ਰੱਬ ਥੋੜਾ ਦਿਸੇਗਾ। ਆਮ ਜੋ ਗ੍ਰਸਤੀ ਬੰਦਾ ਹੈ ਉਹਦੀ ਸੋਚ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ ਨਾ, ਉਹਦੀ ਸੋਚ ਬਦਲਦੀ ਹੈ, ਉਹਦੀ ਸੋਚ ਵਿਸ਼ਾਲ ਹੋ ਜਾਂਦੀ ਹੈ। ਉਹ ਅਲੱਖ ਔਰ ਅਪਾਰ ਨੂੰ ਪਾ ਲੈਂਦਾ ਹੈ, ਉਹਦੇ ਅੰਦਰ ਉਹ ਲੀਨ ਹੋ ਜਾਂਦਾ ਹੈ। ਉਹਨੂੰ ਨਜ਼ਰ ਹੀ ਪੈ ਜਾਂਦਾ ਹੈ ਕਿ ਸਾਰਿਆਂ ਦੇ ਅੰਦਰ ਉਹੀ ਦਿਸ ਰਿਹਾ ਹੈ। ਉਹਦਾ ਵਿਹਾਰ ਬਦਲ ਜਾਂਦਾ ਹੈ। ਉਹ ਇਸ ਜਗਤ ਨੂੰ ਰੱਬੀ ਰੂਪ ਦੇ ਅੰਦਰ ਦੇਖਦਾ ਹੈ। ਉਹਨੂੰ ਸਮਝ ਪੈ ਜਾਂਦੀ ਹੈ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ। ਉਹ ਇਹਨਾਂ ਚੀਜ਼ਾਂ ਦੀ ਵਰਤੋਂ ਫਿਰ ਕਿਸ ਢੰਗ ਦੇ ਨਾਲ ਕਰੇਗਾ, ਇਹ ਅਸੀਂ ਸਾਰੇ ਜਾਣੂ ਆ। ਜਦੋਂ ਘਟ ਘਟ ਮੈਂ ਹਰਜੂ ਬਸੈ, ਇਸ ਗੱਲ ਨੂੰ ਅਸੀਂ ਮੰਨਾਂਗੇ, ਜਾਂ ਸਭ ਮੈਂ ਜੋਤ ਜੋਤ ਹੈ ਸੋਏ, ਇਸ ਗੱਲ ਦਾ ਕੋਈ ਧਾਰਨੀ ਹੋਏਗਾ, ਤਾਂ ਫਿਰ ਉਹਦਾ ਵਿਹਾਰ ਬਦਲੇਗਾ। ਫਿਰ ਇੱਕ ਦੂਜੇ ਦੇ ਨਾਲ ਬੰਦਾ ਰੱਬ ਵਰਗਾ ਪਿਆਰ ਔਰ ਸਤਿਕਾਰ ਕਰੇਗਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ। ਜਦੋਂ ਮਾਂ-ਬਾਪ ਦੇ ਅੰਦਰ, ਭੈਣਾਂ ਭਰਾਵਾਂ ਦੇ ਅੰਦਰ ਰੱਬ ਦਿਸੇਗਾ, ਤਾਂ ਭੈਣਾਂ ਭਰਾਵਾਂ ਨਾਲ, ਮਾਂ-ਬਾਪ ਦੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਕਰਾਂਗੇ ਤਾਂ ਕਿੰਨੀ ਮਹਾਨ ਜ਼ਿੰਦਗੀ ਹੋਏਗੀ। ਤਾਂ ਲੋੜ ਸੋਚ ਨੂੰ ਬਦਲਣ ਦੀ ਹੈ, ਲੋੜ ਗ੍ਰਸਤ ਨੂੰ ਤਿਆਗਣ ਦੀ ਨਹੀਂ, ਲੋੜ ਜੰਗਲਾਂ ਵਿੱਚ ਜਾਣ ਦੀ ਨਹੀਂ, ਲੋੜ ਸਮਾਧੀਆਂ ਲਾਉਣ ਦੀ ਨਹੀਂ, ਲੋੜ ਅੱਖਾਂ ਬੰਦ ਕਰਨ ਦੀ ਨਹੀਂ, ਲੋੜ ਅੱਖਾਂ ਖੋਲਣ ਦੀ ਹੈ। ਲੋੜ ਸੋਚ ਨੂੰ ਬਦਲਣ ਦੀ ਹੈ। ਅੱਖਾਂ ਇਹੀ ਰਹਿਣਗੀਆਂ। ਜਦੋਂ ਅੰਦਰੋਂ ਸੋਚ ਬਦਲ ਜਾਏਗੀ ਤਾਂ ਸਾਰਾ ਕੁਝ ਬਦਲ ਜਾਏਗਾ। ਨਜ਼ਰ ਬਦਲੋਗੇ, ਨਜ਼ਾਰੇ ਬਦਲ ਜਾਣਗੇ। ਨਜ਼ਰੀਆ ਬਦਲੋਗੇ, ਸਾਰੇ ਨਜ਼ਾਰੇ ਬਦਲ ਜਾਣਗੇ। ਨਜ਼ਰੀਆ ਬਦਲਣ ਦੇ ਨਾਲ ਅਸਦਿਸਤਾ ਜਗਤ, ਰੱਬ ਦਾ ਰੂਪ ਨਜ਼ਰੀ ਪੈ ਜਾਏਗਾ। ਗੁਰਮੁਖ ਪਾਈਐ ਅਲਖ ਅਪਾਰ, ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ ਇਹ ਜੋਗੀ ਜਨੋ, ਅਦ੍ਰਿਸ਼ਟ ਔਰ ਅਪਾਰ ਪ੍ਰਭੂ ਨੂੰ ਬੰਦਾ ਆਪਣੇ ਹੀ ਅੰਦਰੋਂ ਲੱਭ ਲੈਂਦਾ ਹੈ। ਚਾਰ ਚੁਫੇਰੇ ਉਸ ਨੂੰ ਵੇਖ ਲੈਂਦਾ ਹੈ। ਨਾਨਕ ਗੁਰਮੁਖ ਮੁਕਤ ਦੁਆਰ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ, ਮੁਕਤ ਦੁਆਰ ਦਾ ਮਤਲਬ ਮੁਕਤੀ ਦਾ ਦਰਵਾਜ਼ਾ, ਮੁਕਤੀ ਦਾ ਰਾਸਤਾ। ਗੁਰੂ ਦੀ ਸ਼ਰਣੀ ਪੈ ਕੇ, ਗੁਰੂ ਦੱਸੇ ਰਾਹਾਂ ਤੇ ਤੁਰ ਕੇ, ਗੁਰੂ ਗਿਆਨ ਦੀ ਅਗਵਾਈ ਵਿੱਚ ਜ਼ਿੰਦਗੀ ਜੀ ਕੇ ਬੰਦਾ ਮੁਕਤੀ ਦਾ ਦਰ, ਮੁਕਤੀ ਦਾ ਰਾਸਤਾ ਲੱਭ ਲੈਂਦਾ ਕਿ ਮੁਕਤੀ ਦਾ ਰਾਹ ਕਿਹੜਾ ਹੈ। ਮੁਕਤੀ ਦਾ ਰਾਹ, ਮੁਕਤੀ ਦਾ ਜੀਵਨ, ਮੁਕਤੀ ਦਾ ਸਾਧਨ ਬੰਦਾ ਘਰ ਗ੍ਰਸਤੀ ਦੇ ਅੰਦਰ ਰਹਿੰਦੇ ਹੀ ਲੱਭ ਲੈਂਦਾ ਹੈ। ਯਾਨੀ ਮੁਕਤੀ ਦਾ ਦਰ ਉਸ ਨੂੰ ਘਰ ਬੈਠਿਆਂ ਹੀ ਮਿਲ ਜਾਂਦਾ ਹੈ। ਤੇ ਮੁਕਤੀ ਕੀ ਹੈ? ਮਰਨ ਤੋਂ ਬਾਅਦ ਵਾਲੀ ਨਹੀਂ ਹੈ। ਬੇਣੀ ਕਹੈ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਭਗਤ ਬੇਣੀ ਜੀ ਕਹਿੰਦੇ ਨੇ ਕਿ ਇਹ ਭਗਤੋ ਸਰਵਨ ਕਰੋ ਕਿ ਮਰਨ ਤੋਂ ਬਾਅਦ ਮੁਕਤੀ ਕਿੰਨੇ ਪਾਈ ਹੈ। ਭਾਵ ਮਰਨ ਤੋਂ ਮੁਕਤੀ ਕਿਸੇ ਨੇ ਵੀ ਨਹੀਂ ਪਾਈ। ਕੀ ਪ੍ਰੂਫ ਹੈ ਕਿ ਮਰਨ ਤੋਂ ਬਾਅਦ ਕੋਈ ਮੁਕਤ ਹੋਇਆ ਹੈ? ਮਰਨ ਤੋਂ ਬਾਅਦ ਮੁਕਤੀ ਨਹੀਂ ਹੈ। ਮੁਕਤੀ ਹੈ ਜਿਉਂਦੇ ਜੀ। ਸਵਰਗ ਔਰ ਨਰਕ ਹੈ ਜਿਉਂਦੇ ਜੀ। ਚਾਹੇ ਇਸ ਜ਼ਿੰਦਗੀ ਨੂੰ ਸਵਰਗ ਬਣਾ ਲਓ, ਚਾਹੇ ਇਸ ਜ਼ਿੰਦਗੀ ਨੂੰ ਨਰਕ ਬਣਾ ਲਓ।
ਚਾਹੇ ਇਸ ਜ਼ਿੰਦਗੀ ਨੂੰ ਮੁਕਤ ਹੋ ਕੇ ਜੀਵੋ, ਚਾਹੇ ਇਸ ਜ਼ਿੰਦਗੀ ਨੂੰ ਬੰਧਨਾਂ ਦੇ ਵਿੱਚ ਜੀਵੋ। ਦੇਖੋ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ ਤੇਰ, ਭਰੂਣ ਹੱਤਿਆ, ਜਾਤੀਵਾਦ, ਲੜਾਈ, ਦੰਗੇ, ਫਸਾਦ, ਇਹ ਸਾਰੇ ਬੰਧਨ ਨੇ। ਸਾਡੀ ਸੁਰਤ, ਸਾਡੀ ਸੋਚ ਇਹਨਾਂ ਬੰਧਨਾਂ ਦੇ ਵਿੱਚ ਹੈ। ਇਹਨਾਂ ਬੰਧਨਾਂ ਤੋਂ ਆਜ਼ਾਦ ਹੋਣਾ ਹੀ ਮੁਕਤੀ ਹੈ। ਜਦੋਂ ਬੰਦਾ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ, ਨਿਰਭੈਤਾ, ਨਿਰਵੈਰਤਾ ਆਦਿਕ ਸ਼ੁਭ ਗੁਣਾਂ ਦਾ ਧਾਰਨੀ ਹੋ ਜਾਂਦਾ, ਉਹ ਮੁਕਤ ਹੋ ਜਾਂਦਾ। ਇਹਨਾਂ ਵਿਕਾਰਾਂ ਤੋਂ ਖਲਾਸੀ ਦਾ ਨਾਮ ਮੁਕਤੀ ਹੈ। ਹਉਮੈ ਤੋਂ, ਮੇਰ ਤੇਰ ਤੋਂ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ, ਐ ਸਿੱਧ ਪੁਰਸ਼ੋ, ਜੰਗਲਾਂ ਵਿੱਚ ਵਿਚਰਨ ਦੀ ਲੋੜ ਨਹੀਂ ਹੈ। ਵਿਖਾਵੇ ਦੀਆਂ ਸਮਾਧੀਆਂ ਲਾਉਣ ਦੀ, ਕਰਮ ਕਾਂਡ ਕਰਨ ਦੀ, ਜਾਂ ਪਹਿਨਾਵੇ ਪਹਿਨਣ ਦੀ, ਜਾਂ ਕੰਨ ਪੜਵਾਉਣ ਦੀ, ਭੋਰਿਆਂ ਵਿੱਚ ਉੜਨ ਦੀ, ਪਹਾੜਾਂ ਤੇ ਚੜਨ ਦੀ, ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ। ਜ਼ਰੂਰਤ ਹੈ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀ ਕੇ ਵਿਕਾਰਾਂ ਤੋਂ ਖਲਾਸੀ ਪਾਉਣ ਦੀ। ਤੇ ਜਿਹੜਾ ਗੁਰੂ ਅਨੁਸਾਰੀ ਇਨਸਾਨ ਹੈ, ਉਹ ਗ੍ਰਸਤ ਔਰ ਸੰਸਾਰ ਦੇ ਅੰਦਰ ਰਹਿੰਦਿਆਂ ਹੀ ਵਿਕਾਰਾਂ ਤੋਂ ਮੁਕਤੀ ਹਾਸਲ ਕਰ ਲੈਂਦਾ ਹੈ ਔਰ ਉਹ ਪ੍ਰਭੂ ਦੇ ਅੰਦਰ ਸਮਾ ਜਾਂਦਾ ਹੈ। ਗੁਰਮੁਖ ਅਕਥ ਕਥੈ ਵਿਚਾਰ। ਅਕਥ ਦਾ ਮਤਲਬ ਜਿਸ ਨੂੰ ਕਥਿਆ ਨਾ ਜਾ ਸਕੇ। ਹੁਣ ਇੱਥੇ ਅਕਥ ਦਾ ਮਤਲਬ ਇਹ ਹੈ ਕਿ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਅਸੀਂ ਰੱਬ ਦੇ ਗੁਣ ਗਾ ਗਾ ਕੇ ਜਾਂ ਇਸ ਕੁਦਰਤ ਬਾਰੇ ਵਿਚਾਰ ਕਰ ਕਰਕੇ ਇਸ ਕੁਦਰਤ ਦਾ ਅੰਤ ਨਹੀਂ ਪਾ ਸਕਦੇ। ਹੁਣ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕੁਦਰਤ ਬਾਰੇ ਵਿਚਾਰ ਹੀ ਨਹੀਂ ਕਰ ਸਕਦੇ, ਜਾਂ ਰੱਬ ਦੀ ਗੱਲ ਹੀ ਨਹੀਂ ਕਰ ਸਕਦੇ, ਜਾਂ ਗੁਰੂ ਦੀ ਗੱਲ ਹੀ ਨਹੀਂ ਕਰ ਸਕਦੇ। ਇਹ ਨਹੀਂ ਹੈ। ਅਕਥ ਦਾ ਮਤਲਬ ਇਹ ਨਹੀਂ ਕਿ ਜਿਸ ਬਾਰੇ ਕੱਥ ਨਹੀਂ ਸਕਦੇ। ਅਕਥ ਦਾ ਮਤਲਬ ਹੈ ਕਿ ਅੰਤ ਨਹੀਂ ਪਾਇਆ ਜਾਂਦਾ ਉਹਦਾ। ਗੱਲਾਂ ਕਰ ਕਰਕੇ ਉਹਦਾ ਅੰਤ ਨਹੀਂ ਪਾ ਸਕਾਂਗੇ। ਤਾਂ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਜਿਹੜਾ ਹੈ, ਕਥੈ ਵਿਚਾਰ ਦਾ ਮਤਲਬ ਵਿਚਾਰਵਾਨ ਹੋ ਕੇ ਉਸ ਪ੍ਰਭੂ ਦੇ ਗੁਣ ਬਿਆਨ ਕਰਦਾ ਹੈ ਜਿਸ ਦਾ ਅੰਤ ਨਹੀਂ ਪਾਇਆ ਜਾਂਦਾ। ਉਸ ਅਨੰਤ ਦੇ ਗੁਣ ਗਾਉਂਦਾ ਹੈ, ਅਨੰਤ ਦੇ ਗੁਣ ਗਾਉਂਦਾ ਹੈ। ਔਰ ਇਹ ਚੀਜ਼ ਧਿਆਨ ਰੱਖਣ ਵਾਲੀ ਹੈ, ਅਨੰਤ ਨੇ ਗੁਣ ਪ੍ਰਭੂ ਦੇ, ਤੇ ਉਹ ਪ੍ਰਭੂ ਹੈ ਕਿੱਥੇ? ਉਹ ਸਾਡੇ ਤੁਹਾਡੇ ਸਾਰਿਆਂ ਦੇ ਅੰਦਰ ਹੈ। ਘਟ ਘਟ ਮੈਂ ਹਰ ਜੂ ਵਸੈ। ਤੇ ਇਥੋਂ ਸਾਨੂੰ ਇੱਕ ਬੜੀ ਵੱਡੀ ਪੋਜ਼ਿਟਿਵ ਸੋਚ ਮਿਲ ਰਹੀ ਹੈ, ਬਹੁਤ ਵੱਡੀ ਸਾਨੂੰ ਸੋਚ ਮਿਲ ਰਹੀ ਹੈ ਕਿ ਅਨੰਤ ਗੁਣਾਂ ਦਾ ਮਾਲਕ ਤੁਹਾਡੇ ਅੰਦਰ ਹੈ। ਤਾਂ ਇਹਦਾ ਮਤਲਬ ਸਾਡੇ ਸਾਰਿਆਂ ਦੇ ਅੰਦਰ ਅਨੰਤ ਗੁਣਾਂ ਦਾ ਖਜ਼ਾਨਾ ਹੈ। ਅਸੀਂ ਆਪਣੇ ਗੁਣਾਂ ਦੇ ਅੰਦਰ ਅਨੰਤ ਵਾਧਾ ਕਰ ਸਕਦੇ ਹਾਂ, ਔਰ ਇੱਕ ਇੱਕ ਗੁਣ ਨੂੰ ਜਿੰਨਾ ਮਰਜ਼ੀ ਕੋਈ ਬੰਦਾ ਵਧਾ ਸਕਦਾ ਹੈ। ਤਾਂ ਅਨੰਤ ਗੁਣ ਨੇ, ਅਨੰਤ ਗੁਣਾਂ ਦਾ ਖਜ਼ਾਨਾ ਅੰਦਰ ਹੈ। ਉਹਦੀ ਫਿਰ ਬੰਦਾ ਵਿਚਾਰ ਕਰਦਾ ਹੈ। ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਇਨਸਾਨ ਹੈ ਨਾ, ਉਹ ਸਮਾਧੀਆਂ ਸਮੂਧੀਆਂ ਦੇ ਚੱਕਰ 'ਚ ਨਹੀਂ ਪੈਂਦਾ, ਉਹ ਪਹਾੜਾਂ ਤੇ ਨਹੀਂ ਚੜਦਾ, ਉਹ ਜੰਗਲਾਂ ਦੇ ਵਿੱਚ ਨਹੀਂ ਵਿਚਰਦਾ, ਉਹ ਗ੍ਰਸਤ ਦਾ ਤਿਆਗ ਨਹੀਂ ਕਰਦਾ, ਉਹ ਕੰਮਕਾਰ ਨੂੰ ਨਹੀਂ ਛੱਡਦਾ। ਸਗੋਂ ਉਹ ਅਕਥ ਦੇ ਗੁਣਾਂ ਦੀ ਵਿਚਾਰ ਕਰਦਾ ਹੈ, ਉਹਦੇ ਗੁਣਾਂ ਨੂੰ ਮਨ ਵਿੱਚ ਵਸਾਉਂਦਾ ਹੈ, ਗੁਣਾਂ ਦਾ ਧਾਰ ਨਹੀਂ ਹੁੰਦਾ ਹੈ, ਹੁਕਮ ਦੀ ਵਿਚਾਰ ਕਰਦਾ ਹੈ, ਹੁਕਮ ਦੇ ਅੰਦਰ ਜੀਂਦਾ ਹੈ, ਔਰ ਆਪਣੇ ਜੀਵਨ ਨੂੰ ਉਹ ਸੁਖੀ ਔਰ ਸ਼ਾਂਤ ਕਰ ਲੈਂਦਾ ਹੈ। ਇਸ ਲਈ ਸਿੱਧ ਗੋਸ਼ਟ ਦਾ ਜੋ ਕੇਂਦਰੀ ਭਾਵ ਹੈ, ਕਿਆ ਭਵੀਐ ਸੱਚ ਸੋਚਾ ਹੋਏ। ਤਾਂ ਜੰਗਲਾਂ ਵਿੱਚ ਵਿਚਰਨ ਦਾ ਕੋਈ ਲਾਭ ਨਹੀਂ ਹੈ, ਸੱਚ ਰਾਹੀਂ ਬੰਦਾ ਸੁੱਚਾ ਹੁੰਦਾ ਹੈ। ਇਸ ਲਈ ਜ਼ਰੂਰਤ ਸੱਚ ਨੂੰ ਅਪਣਾਉਣ ਦੀ ਹੈ। ਇਸ ਲਈ ਜ਼ਰੂਰਤ ਗੁਰੂ ਦੀ ਪਾਵਨ ਬਾਣੀ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾਉਣ ਦੀ ਹੈ। ਜੋ ਵੀ ਗੁਰੂ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾਏਗਾ, ਉਹ ਇਨਸਾਨ ਮਹਾਨ ਹੋਏਗਾ, ਔਰ ਉਹਦੀ ਇਹ ਨਿਸ਼ਾਨੀ ਹੋਏਗੀ ਕਿ ਉਹ ਅਕਥ ਦੀ ਵਿਚਾਰ ਕਰੇਗਾ, ਗੁਣਾਂ ਦੀ ਵਿਚਾਰ ਕਰੇਗਾ, ਗੁਣਾਂ ਵਾਲਾ ਜੀਵਨ ਬਿਤਾਏਗਾ। ਗੁਰਮੁਖ ਨਿਭੈ ਸਪਰਿਵਾਰ। ਨਿਭੈ ਦਾ ਮਤਲਬ ਪੁੱਗ ਜਾਂਦਾ ਹੈ, ਸਪਰਿਵਾਰ ਦਾ ਮਤਲਬ ਪਰਿਵਾਰ ਵਿੱਚ ਰਹਿੰਦਿਆਂ, ਪਰਿਵਾਰ ਦੇ ਵਿੱਚ ਰਹਿੰਦਿਆਂ। ਨਿਭੈ ਦਾ ਮਤਲਬ ਪੁੱਗ ਜਾਂਦਾ ਹੈ, ਧਰਮ ਨੂੰ ਨਿਭਾਈ ਜਾਂਦਾ ਹੈ। ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਉਹ ਗੁਰਮੁਖ ਘਰ-ਬਾਰੀ ਹੁੰਦਾ ਵੀ ਜ਼ਿੰਦਗੀ ਦੀ ਬਾਜੀ ਵਿੱਚ ਪੁੱਗ ਜਾਂਦਾ ਹੈ, ਯਾਨੀ ਜ਼ਿੰਦਗੀ ਦੀ ਜੀਵਨ ਬਾਜੀ ਨੂੰ ਜਿੱਤ ਜਾਂਦਾ ਹੈ।
ਉਹ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਤੇ ਮੰਜ਼ਿਲ ਸਾਡੀ ਕੀ ਹੈ? ਸਚਿਆਰ ਹੋਣਾ। ਕਿਉਂ ਸਚਿਆਰਾ ਹੋਈਏ? ਸਾਡੀ ਇਹ ਮੰਜ਼ਿਲ ਹੈ ਨਾ, ਸਚਿਆਰ ਹੋਣਾ ਹੈ। ਤੇ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਨਿਭੈ ਸਪਰਿਵਾਰ, ਪਰਿਵਾਰ ਵਿੱਚ ਰਹਿੰਦਿਆਂ ਉਹ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਉਹ ਸਾਰੇ ਧਰਮ ਕਰਮ ਨੂੰ ਨਿਭਾਉਂਦਾ ਹੈ, ਸਾਰੇ ਫਰਜ਼ਾਂ ਨੂੰ ਨਿਭਾਉਂਦਾ ਹੈ, ਔਰ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਉਹਨੂੰ ਜੋਗੀ ਬਣਨ ਦੀ ਲੋੜ ਨਹੀਂ, ਉਹਨੂੰ ਬਾਬਾ ਬਣਨ ਦੀ ਲੋੜ ਨਹੀਂ, ਨਾ ਉਹਨੂੰ ਜੋਗੀਆਂ ਔਰ ਬਾਬਿਆਂ ਦੇ ਚੱਕਰ ਵਿੱਚ ਪੈਣ ਦੀ ਲੋੜ ਹੈ। ਕਿਉਂਕਿ ਜਿਹੜੇ ਆਪ ਭਟਕੇ ਹੋਏ ਨੇ, ਉਹਨਾਂ ਦੇ ਨਾਲ ਮਿਲ ਕੇ ਤੁਹਾਡੇ ਅੰਦਰ ਵੀ ਭਟਕਾਵ ਪੈਦਾ ਹੋਏਗਾ। ਇਸ ਲਈ ਗੁਰੂ ਦਰਸਾਏ ਰਾਹਾਂ ਤੇ ਤੁਰਨੀ ਹੈ। ਜੇ ਸਿੱਧ ਗੋਸ਼ਟ ਨੂੰ ਅੱਜ ਦੇ ਸੰਦਰਭ ਵਿੱਚ ਵੇਖੋਗੇ ਤਾਂ ਅੱਜ ਵੀ ਲੱਖਾਂ ਲੋਕ ਐਸੇ ਨੇ ਜੋ ਗੁਰਮਤ ਤੋਂ ਉਲਟ ਜ਼ਿੰਦਗੀ ਜੀ ਰਹੇ ਨੇ, ਲੇਕਿਨ ਅਸਾਂ ਉਹਨਾਂ ਨੂੰ ਗੁਰਮਤ ਦੇ ਧਾਰਨੀ ਸਮਝ ਕੇ ਭੇਖ ਕਰਕੇ ਅਸੀਂ ਆਪਣੇ ਜੀਵਨ ਦੇ ਗਲਤ ਰਾਸਤੇ ਤੇ ਚਲੇ ਗਏ ਹਾਂ। ਜੋਗੀਆਂ ਦੇ ਸਮੇਂ ਵੀ ਇਹੀ ਹਾਲ ਸੀ। ਕਿਤਨੇ ਲੋਕ ਉਹਨਾਂ ਦੇ ਪਿੱਛੇ ਸੀ, ਉਹਨਾਂ ਦੀਆਂ ਬਨੌਟੀ ਕਰਾਮਾਤਾਂ ਜਾਂ ਵਿਖਾਵੇ ਨੂੰ ਮੰਨਦੇ ਸੀ। ਅੱਜ ਵੀ ਲੋਕ ਮੰਨ ਰਹੇ ਨੇ, ਅੱਜ ਵੀ ਲੋਕ ਉਲਝੇ ਹੋਏ ਨੇ। ਉਦੋਂ ਵੀ ਉਲਝਾਇਆ ਜਾ ਰਿਹਾ ਸੀ, ਅੱਜ ਵੀ ਉਲਝਾਇਆ ਜਾ ਰਿਹਾ ਹੈ, ਸਿਰਫ ਰੂਪ ਬਦਲਿਆ ਹੈ। ਤਾਂ ਇਸ ਲਈ ਗੁਰਮੁਖ ਨਿਭੈ ਸਪਰਿਵਾਰ। ਸਪਰਿਵਾਰ ਦਾ ਮਤਲਬ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਗੁਰਮੁਖ ਜਿਹੜਾ ਹੈ, ਨਿਭੈ ਦਾ ਮਤਲਬ ਉਹਦੀ ਨਿਭ ਜਾਂਦੀ ਹੈ, ਉਹ ਪੁੱਗ ਜਾਂਦਾ ਹੈ, ਉਹ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ, ਸਚਿਆਰ ਹੋ ਜਾਂਦਾ ਹੈ। ਸਚਿਆਰ ਹੋਣਾ ਹੀ ਸਾਡੀ ਜ਼ਿੰਦਗੀ ਦਾ ਮਕਸਦ ਹੈ। ਸਚਿਆਰ ਹੋਣਾ ਹੀ ਰੱਬ ਦੇ ਅੰਦਰ ਮਿਲ ਜਾਣਾ ਹੈ। ਇਸ ਲਈ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਬੰਦਾ ਪਰਿਵਾਰ ਦੇ ਅੰਦਰ ਰਹਿੰਦਿਆਂ, ਗ੍ਰਸਤੀ ਵਿੱਚ ਰਹਿੰਦਿਆਂ ਆਪਣੇ ਮੰਜ਼ਿਲ ਦੇ ਉੱਤੇ ਪਹੁੰਚ ਜਾਂਦਾ ਹੈ। ਤਾਂ ਸਾਨੂੰ ਕਿੰਨੀ ਪਿਆਰੀ ਸੇਧ ਗੁਰਦੇਵ ਪਾਤਸ਼ਾਹ ਨੇ ਦਿੱਤੀ ਹੈ। ਕਿੰਨੇ ਸਾਰੇ ਸਾਡੇ ਸ਼ੰਕੇ, ਸਾਡੀਆਂ ਸਮੱਸਿਆਵਾਂ ਦਾ ਸੋਲੂਸ਼ਨ ਇਸ ਪਾਵਨ ਬਾਣੀ ਦੇ ਅੰਦਰ ਹੈ, ਔਰ ਕਿੰਨਾ ਸੌਖਾ ਅਤੇ ਸੁਖਾਲਾ ਰਾਸਤਾ ਗੁਰੂ ਜੀ ਨੇ ਸਾਨੂੰ ਦਿੱਤਾ ਹੈ ਕਿ ਗ੍ਰਸਤ ਦੇ ਅੰਦਰ ਰਹਿੰਦਿਆਂ ਅਸੀਂ ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰ ਸਕਦੇ ਹਾਂ। ਆਪਣੇ ਜੀਵਨ ਨੂੰ, ਪਰਿਵਾਰ ਨੂੰ, ਸੰਸਾਰ ਨੂੰ, ਸਮਾਜ ਨੂੰ ਅਸੀਂ ਸਵਰਗ ਬਣਾ ਸਕਦੇ ਹਾਂ। ਇਹੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੁਪਨਾ ਸੀ, ਇਹੀ ਉਹ ਸੰਸਾਰ ਨੂੰ ਦੇਣਾ ਚਾਹੁੰਦੇ ਸੀ। ਹੁਣ ਇਹ ਸਾਡਾ, ਮੇਰਾ ਔਰ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਈਏ, ਆਪਣੇ ਜੀਵਨ ਨੂੰ ਗੁਰਬਾਣੀ ਮੁਤਾਬਕ ਢਾਲੀਏ, ਔਰ ਲੋਕਾਂ ਤੱਕ ਵੀ, ਸੰਸਾਰ ਤੱਕ ਵੀ ਇਹ ਚੀਜ਼ ਪਹੁੰਚਾਈਏ ਕਿ ਦੁਨੀਆ ਦੇ ਲੋਕੋ, ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਰਾਸਤਾ ਇੰਨਾ ਸੌਖਾ, ਸਾਫ਼ ਸੁਥਰਾ ਔਰ ਆਸਾਨ ਹੈ ਕਿ ਤੁਸੀਂ ਆਪਣੇ ਗ੍ਰਸਤ ਪਰਿਵਾਰ ਦੇ ਅੰਦਰ ਰਹਿੰਦਿਆਂ ਆਪਣੇ ਫਰਜ਼ਾਂ ਨੂੰ ਪੂਰਿਆਂ ਕਰਦਿਆਂ ਪ੍ਰਭੂ ਦਾ ਰੂਪ ਹੋ ਸਕਦੇ ਹੋ, ਆਪਣੀ ਜ਼ਿੰਦਗੀ ਨੂੰ ਸਫਲ ਔਰ ਸੁਚੱਜਿਆ ਕਰ ਸਕਦੇ ਹੋ, ਤੇ ਇਸ ਸੰਸਾਰ ਨੂੰ ਸਵਰਗ ਬਣਾਉਣ ਦੇ ਅੰਦਰ ਆਪਣਾ ਸਹਿਯੋਗ ਦੇ ਸਕਦੇ ਹੋ। ਮੈਂ ਇੱਥੇ ਖਿਮਾ ਦਾ ਜਾਚਕ ਹਾਂ।